ਬਚਨ ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰਬਾਣੀ ਦੀਆਂ ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਪਹਿਲੇ ਹੈੱਡ ਗ੍ਰੰਥੀ, ਪਹਿਲੇ ਮੁੱਖ ਗ੍ਰੰਥੀ, ਬ੍ਰਹਮ ਗਿਆਨੀ ਵਿਦਵਾਨ, ਹੋਰ ਮੈਂ ਸ਼ਬਦ ਹੀ ਨਹੀਂ ਮੇਰੇ ਕੋਲ ਕੋਈ ਜਿੰਦੇ ਨਾਲ ਮੈਂ ਵਡਿਆਈ ਕਰ ਸਕਾਂ। ਅੱਜ ਉਹਨਾਂ ਦਾ ਜਨਮ ਦਿਹਾੜਾ ਹੈ। ਸੋ ਦਾਸ ਦਾ ਕਹਿਣ ਤੋਂ ਭਾਵ ਹੈ ਧੰਨ 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 ਬਾਬਾ ਬੁੱਢਾ ਜੀ, ਇਹਨਾਂ ਦਾ ਅੱਜ ਜਨਮ ਦਿਹਾੜਾ ਹੈ ਤੇ ਸਾਡੇ ਇਹ ਪੂਜਨੀਕ ਨੇ। ਇਹਨਾਂ ਨੂੰ ਯਾਦ ਕਰਨਾ ਸਾਡਾ ਕਰਮ ਤੇ ਧਰਮ ਦੋਵੇਂ ਬਣਦੇ ਨੇ। ਇਹਨਾਂ ਦੀ ਸਿੱਖਿਆ, ਇਹਨਾਂ ਦੀ ਸਿੱਖਿਅਤ ਜਿਹੜੀ ਹੈ ਉਹ ਅਸੀਂ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰਨੀ ਹੈ ਵੀ ਗੁਰੂ ਦੀ ਸੇਵਾ ਕਰਕੇ ਕਿਵੇਂ ਇਹ ਅਵਸਥਾ ਪ੍ਰਾਪਤ ਕੀਤੀ ਜਾਂਦੀ ਹੈ। ਜੋ ਅਵਸਥਾ ਬਾਬਾ ਬੁੱਢਾ ਜੀ ਨੇ ਪ੍ਰਾਪਤ ਕੀਤੀ ਸੀ, ਉਹ ਅਵਸਥਾ ਗੁਰੂ ਦੀ ਹੁਕਮ ਦੇ ਵਿੱਚ ਰਹਿ ਕੇ, ਗੁਰੂ ਦੇ ਹੁਕਮ ਦੇ ਨਾਲ ਗੁਰੂ ਦੀ ਸੇਵਾ ਕਰਕੇ ਕਿਵੇਂ ਪ੍ਰਾਪਤ ਕੀਤੀ ਜਾਂਦੀ, ਇਹ ਅਸੀਂ ਇਹਨਾਂ ਦੇ ਜੀਵਨ ਤੋਂ ਸਿੱਖਣਾ ਹੈ। ਤਨਾਸਰੀ ਰਾਗਣੀ ਹੈ ਬਾਣੀ ਭਗਤਾਂ ਕੀ। ਭਗਤਾਂ ਕੀ ਤੋਂ ਭਾਵ ਹੈ ਵੀ ਇਹ ਸਿਰ ਲੈ ਕੇ ਜਿਹੜਾ ਸ਼੍ਰੋਮਣੀ ਵਸਤੂ ਨਿਰਦੇਸ਼ਕ ਮੰਗਲਾਚਰਨ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਸ ਦੇ ਇਸੇ ਸਿਰਲੇਖ ਦੇ ਥੱਲੇ ਇਸੇ ਸੁਰ ਤਾਲ ਦੇ ਵਿੱਚ ਭਗਤ ਪੀਪਾ ਜੀ ਦਾ ਵੀ ਸ਼ਬਦ ਆ ਜਾਏਗਾ, ਭਗਤ ਧੰਨਾ ਜੀ ਦਾ ਵੀ ਸ਼ਬਦ ਆ ਜਾਏਗਾ ਤੇ ਭਗਤ ਸੈਨ ਜੀ ਦਾ ਵੀ ਸ਼ਬਦ ਆ ਜਾਏਗਾ। ਚਾਰ ਸ਼ਬਦ ਨੇ ਤੇ ਚਾਰਾਂ ਭਗਤਾਂ ਦੇ ਇੱਥੇ ਇਹ ਚਾਰੇ ਸ਼ਬਦ ਆ ਜਾਣੇ ਨੇ ਇੱਕੇ ਸਿਰਲੇਖ ਥੱਲੇ। ਤਾਂ ਤੇ ਗੁਰੂ ਅਰਜਨ ਦੇਵ ਜੀ ਨੇ ਭਗਤਾਂ ਕੀ ਨਹੀਂ ਤਾਂ ਭਗਤ ਕੀ, ਜਿਵੇਂ ਪਿੱਛੇ ਐਸੀ ਧਨਾਸਰੀ ਭਗਤ ਰਵਿਦਾਸ ਜੀ ਕੀ, ਇਹ ਸ਼ਬਦ ਨੇ ਭਗਤ ਰਵਿਦਾਸ ਜੀ ਤੇ ਉੱਥੇ ਇਕੱਲੇ ਭਗਤ ਰਵਿਦਾਸ ਜੀ ਦੇ ਆਏ ਸਨ। ਧਨਾਸਰੀ ਬਾਣੀ ਭਗਤਾਂ ਕੀ, ਇੱਥੇ ਚਾਰ ਭਗਤਾਂ ਦੀ ਬਾਣੀ ਆਏਗੀ। ਤਾਂ ਕਰਕੇ ਗੁਰੂ ਮਹਾਰਾਜ ਜੀ ਨੇ ਬਹੁਵਚਨ ਦੇ ਵਿੱਚ ਲਿਖਿਆ, ਇਹਨੂੰ ਬਹੁਵਚਨ ਮੰਨਿਆ ਗਿਆ। ਭਗਤ ਦਾ ਬਹੁਵਚਨ ਭਗਤਾਂ, ਕੰਨਾ ਵੀ ਲੱਗਿਆ ਤੇ ਬਿੰਦੀ ਵੀ ਲੱਗੀ ਹੈ। ਹੁਣ ਪਹਿਲੇ ਭਗਤ ਦੀ ਜਿਹੜੀ ਬਾਣੀ ਹੈ ਉਸ ਦਾ ਨਾਮ ਹੈ ਭਗਤ ਤਰਲੋਚਨ ਜੀ। ਉਪਰੰਤ ਵਸਤੂ ਨਿਰਦੇਸ਼ਕ ਮੰਗਲਾਚਰਨ ਨੇ ਇੱਕ ਅਦੁੱਤੀ ਬ੍ਰਹਮੇ ਓੰਕਾਰ ਸਰਬ ਕਾ ਪ੍ਰਕਾਸ਼ਕ ਸਤ ਚਿਤ ਆਨੰਦ ਪ੍ਰਸਾਦ ਆਨੰਦ ਸਰੂਪ ਹੈ, ਗੁਰ ਚੇਤਨ ਸਰੂਪ ਹੈ ਤੇ ਸਤ ਸਤ ਸਰੂਪ ਹੈ। ਇਹ ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਜਿਸ ਦਾ ਉਚਾਰਨ ਮਾਤਰ ਕਰਨ ਸੇ ਜੀਵਨ ਦੇ ਵਿੱਚ ਗੁਰੂ ਰੱਖਿਆ ਕਰਦਾ ਹੈ। ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਰਹਿਮਤ ਕਰਦੇ ਨੇ ਤੇ ਪ੍ਰਾਪਤੀ ਦਾ ਜਿਹੜਾ ਸਾਧਨ ਹੈ ਉਹ ਗੁਰੂ ਦੀ ਕਿਰਪਾ ਹੈ ਜੀ। ਨਾਰਾਇਣ ਨਿੰਦਸ ਕਾਏ ਭੁਲੀ ਗਵਾਰੀ। ਇਹ ਪਾਵਨ ਸ਼ਬਦ ਦੀਆਂ ਵਿਚਾਰਾਂ ਕਰਨ ਤੋਂ ਪਹਿਲਾਂ ਸਾਨੂੰ ਕਰਮ ਸਮਝਣੇ ਪੈਣਗੇ, ਕਿਉਂਕਿ ਇਸ ਪਾਵਨ ਸ਼ਬਦ ਦੇ ਅੰਦਰ ਭਗਤ ਤਰਲੋਚਨ ਜੀ ਨੇ ਸਾਨੂੰ ਦੱਸਿਆ ਵੀ ਜਿਹੜੇ ਮਨੁੱਖ ਦੇ ਪ੍ਰਾਰਬਧ ਨੇ, ਕਰਮ ਤਿੰਨ ਪ੍ਰਕਾਰ ਦੇ ਹੁੰਦੇ ਨੇ। ਜਿਹੜੇ ਪ੍ਰਾਰਬਧ ਨੇ ਨਾ, ਜਿਨ੍ਹਾਂ ਦੇ ਕਾਰਨ ਸਾਨੂੰ ਸਰੀਰ ਮਿਲਿਆ, ਉਹ ਨਹੀਂ ਮਿਟਦੇ। ਜਿਹੜੇ ਸਾਡੇ ਪ੍ਰਾਰਬਧ ਨੇ ਉਹ ਨਹੀਂ ਮਿਟਦੇ। ਨਾਰਾਇਣ ਨਿੰਦਸ ਖਾਏ ਭੂਲੀ ਗਵਾਰੀ, ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ। ਇਹ ਤੇਰਾ ਕਰਮ ਹੈ। ਗੱਲ ਕਿਵੇਂ ਹੋਈ ਸੀ? ਭਗਤ ਤਰਲੋਚਨ ਜੀ ਦੇ 5 ਪੁੱਤਰ ਸਨ ਤੇ ਪੰਜੇ ਹੀ ਉਸ ਪਰਮਾਤਮਾ ਨੂੰ, ਵਾਹਿਗੁਰੂ ਨੂੰ ਪਿਆਰੇ ਹੋ ਗਏ। ਸਰੀਰ ਵੱਡਾ ਹੋ ਗਿਆ ਸੀ ਤੇ ਪਰਿਵਾਰ ਦੇ ਵਿੱਚ ਹੁਣ ਵੇਖੋ ਭਾਈ, ਇੱਕ ਜਣਾ ਬੰਦਗੀ ਸਿਮਰਨ ਕਰਦਾ ਹੋਵੇ, ਨਾਮ ਜਪਦਾ ਹੋਵੇ ਤੇ ਫਿਰ ਦੂਜੇ ਉਹਨੂੰ ਇਹ ਆਖਦੇ ਨੇ, ਲੈ ਤੂੰ ਨਾਮ ਜਪੀ ਜਾਂਦਾ, ਤੂੰ ਸਿਮਰਨ ਜਪ ਕਰੀ ਜਾਂਦਾ ਤੇ ਆ ਆਪਣੇ ਨਾਲ ਕੀ ਹੋ ਗਿਆ, ਆਖ ਦਿੰਦੇ ਆ ਨਾ। ਇਹ ਸਾਰੇ ਧੁਰ ਦਰਗਾਹ ਤੋਂ ਹੀ ਚੱਲਦਾ ਹੈ। ਕਹਿਣ ਤੋਂ ਭਾਵ ਆਦਿ ਕਾਲ ਤੋਂ ਹੀ ਚੱਲਦਾ ਆਇਆ ਹੈ। ਹੁਣ ਜਦੋਂ ਭਗਤ ਜੀ ਸਿਮਰਨ ਕਰਦੇ ਨੇ, ਭਗਤੀ ਕਰਦੇ ਨੇ, ਪਰਮਾਤਮਾ ਦੀ ਪ੍ਰਾਪਤੀ ਹੈ ਤੇ ਪੁੱਤਰ ਨੇ ਜਿਹੜੇ ਉਹ ਪੰਜੇ ਚੱਲ ਵਸੇ ਨੇ ਤੇ ਫਿਰ ਪਤਨੀ ਦਾ ਹੱਕ ਬਣਦਾ ਸੀ ਪੁੱਛਣ ਦਾ ਵੀ ਤੁਸੀਂ ਭਗਤ ਹੋ, ਬੰਦਗੀ ਕਰਦੇ ਹੋ, ਪ੍ਰਭੂ ਦਾ ਰੂਪ ਹੋ ਗਏ ਹੋ ਤੇ ਆ ਆਪਣੇ ਨਾਲ ਕੀ ਕੌਤਕ ਹੋਇਆ। ਰੱਬ ਦੀ ਨਿੰਦਿਆ ਹੋ ਗਈ ਥੋੜੀ ਜੀ, ਇਸ ਤਰ੍ਹਾਂ ਸਮਝ ਲਓ। ਤੇ ਭਗਤ ਜੀ ਨੇ ਵਰਜਿਆ ਨਾ, ਇਸ ਤਰ੍ਹਾਂ ਨਾ ਕਹੇ। ਨਾਰਾਇਣ ਨਿੰਦਸ, ਰੱਬ ਦੀ ਨਿੰਦਿਆ ਨਾ ਕਰ। ਕਾਹੇ ਭੂਲੀ ਗਵਾਰੀ। ਗਵਾਰੀ ਕਹਿੰਦੇ ਨੇ ਬੇਸਮਝ ਨੂੰ, ਜਿਹਨੂੰ ਸਮਝ ਨਾ ਹੋਵੇ। ਤੂੰ ਬੇਸਮਝੀ ਦੇ ਵਿੱਚ ਨਾ
ਉਸ ਪਰਮਾਤਮਾ ਦੀ ਨਿੰਦਿਆ ਨਾ ਕਰ, ਉਸ ਵਾਹਿਗੁਰੂ ਦੀ ਨਿੰਦਿਆ ਨਾ ਕਰ। ਤੇ ਹੁਣ ਬੇਸਮਝੀ ਕੀ ਏ? ਇਹ 3 ਪ੍ਰਕਾਰ ਦੇ ਕਰਮ ਨੇ ਜਿਹੜੇ ਵਿਦਾਤ ਦੇ ਅੰਦਰ ਲਿਖੇ ਹਨ। 3 ਪ੍ਰਕਾਰ ਦੇ ਕਰਮ, ਇੱਕ ਕਿਰੇਮਾਨ ਕਰਮ, ਦੂਜਾ ਸੰਚਿਤ ਕਰਮ ਤੇ ਤੀਜਾ ਪ੍ਰਾਲਬਧ। ਆ ਜੋ ਮੈਂ ਹੁਣ ਆਪਣੇ ਜੀਵਨ ਦੇ ਵਿੱਚ ਕਰ ਰਿਹਾ, ਇਹ ਕਿਰੇਮਾਨ ਕਰਮ ਨੇ। ਜੋ ਵੀ ਮੈਂ ਜਨਮ ਤੋਂ ਲੈ ਕੇ ਮਰਨ ਤੱਕ ਕਰਾਂਗਾ, ਇਹ ਸਾਰੇ ਮੇਰੇ ਕਿਰੇਮਾਨ ਕਰਮ ਨੇ। ਇਹਨਾਂ ਨੂੰ ਕਿਰੇਮਾਨ ਕਰਮ ਆਖਿਆ ਗਿਆ ਹੈ। ਇਹਨਾਂ ਕਰਮਾਂ ਕਰਕੇ ਮੈਨੂੰ ਅੱਗੇ ਨਵੀਂ ਜੂਨ, ਨਵਾਂ ਜਨਮ, ਨਵਾਂ ਸਰੀਰ ਮਿਲੇਗਾ। ਇਹ ਕਿਰੇਮਾਨ ਕਰਮ ਫਿਰ ਪ੍ਰਾਰਬਧ ਕਰਮ ਬਣ ਜਾਣਗੇ। ਇਹ ਕਿਰੇਮਾਨ ਕਰਮ ਨੇ ਜਿਹੜੇ, ਇਹ ਪ੍ਰਾਰਬਧ ਕਰਮ ਬਣ ਜਾਣਗੇ। ਹੁਣ ਜਿਹੜੇ ਪ੍ਰਾਰਬਧ ਕਰਮ ਨੇ, ਉਹ ਪ੍ਰਾਰਬਧ ਕਰਮਾਂ ਦੇ ਵਿੱਚ ਜਿਹੜੇ ਕਰਮ ਮੇਰੇ ਤੋਂ ਨਾ ਭੋਗੇ ਗਏ ਇਸ ਸਰੀਰ ਕਰਕੇ, ਤੇ ਉਹ ਕਰਮ ਜਿਹੜੇ ਨੇ ਫਿਰ ਉਹ ਸੰਚਿਤ ਕਰਮ ਬਣ ਜਾਣੇ ਨੇ। ਉਹ ਮੇਰੇ ਉੱਥੇ ਖਾਤੇ 'ਚ, ਬੈਂਕ 'ਚ ਜਮ੍ਹਾਂ ਹੋਈ ਜਾਣੇ ਨੇ। ਇਹਨੂੰ ਇਸ ਤਰ੍ਹਾਂ ਸਮਝ ਲਓ, ਇੱਕ ਬੰਦਾ ਕਮਾਈ ਕਰਦਾ ਤੇ ਉਹ ਕਮਾਉਂਦਾ ਹੈ। ਜੋ ਕਮਾਈ ਜਾਂਦਾ ਹੈ ਨਾਲ ਉਹਨੂੰ ਖਰਚ ਕਰੀ ਜਾਂਦਾ, ਤੇ ਕੁਝ ਬਚੀ ਜਾਂਦੇ ਨੇ ਉਹ ਜਮ੍ਹਾਂ ਕਰੀ ਜਾਂਦਾ ਹੈ। ਕੁਝ ਖਾਈ ਜਾਂਦਾ ਹੈ, ਖਰਚੀ ਜਾਂਦਾ, ਕੁਝ ਨੇ ਉਹ ਖਾਧੇ ਵੀ ਨਹੀਂ ਜਾਂਦੇ, ਖਰਚ ਵੀ ਨਹੀਂ ਹੁੰਦੇ, ਤੇ ਉਹ ਫਿਰ ਜਮ੍ਹਾਂ ਕਰੀ ਜਾਂਦਾ, ਉਹ ਜਮ੍ਹਾਂ ਹੋ ਜਾਂਦੇ ਨੇ। ਬਸ ਉਸੇ ਤਰ੍ਹਾਂ ਹੀ ਇਹ ਮੈਨੂੰ ਸਰੀਰ ਮਿਲਿਆ ਹੈ ਪ੍ਰਾਰਬਧ ਕਰਕੇ। ਮੈਂ ਜਿਸ ਤਰ੍ਹਾਂ ਦੇ ਪਿਛਲੇ ਕਰਮ ਕੀਤੇ ਨੇ, ਉਹਨਾਂ ਕਰਮਾਂ ਕਰਕੇ ਮੈਨੂੰ ਇਹ ਸਰੀਰ ਮਿਲਿਆ, ਤੇ ਉਹ ਕਰਮ ਮੈਂ ਹੁਣ ਭੋਗ ਰਿਹਾ। ਉਹਨਾਂ ਕਰਮਾਂ ਦੇ ਵਿੱਚ ਜਿਹੜਾ ਕਿਰੇਮਾਨ ਕਰਮਾਂ ਦੇ ਵਿੱਚ ਲਿਖਿਆ ਸੀ, ਇਹਨੂੰ ਕੋਈ ਮਿਟੇਣੀਆਂ ਨਹੀਂ ਹੈਗਾ, ਇਹਨੂੰ ਕੋਈ ਮਿਟੇ ਨਹੀਂ ਸਕੇਗਾ। ਇਹ ਮੈਨੂੰ ਭੋਗਣੇ ਪੈਣਗੇ, ਭਾਵੇਂ ਮੈਂ ਮਹਾਨ ਸੰਤ ਬਣ ਜਾਵਾਂ, ਵੈਸੇ ਹੈ ਨਹੀਂ ਉਹ ਦੱਸਦਾ, ਭਾਵੇਂ ਮੈਂ ਬ੍ਰਹਮ ਅਵਸਥਾ ਨੂੰ ਪਹੁੰਚ ਜਾਵਾਂ, ਪਰ ਇਹ ਕਰਮ ਮੈਨੂੰ ਭੋਗਣੇ ਪੈਣਗੇ। ਇਹ ਕਰਮ ਕੋਈ ਮਿਟੇ ਨਹੀਂ ਸਕੇਗਾ। ਤੇ ਜਿਹੜੇ ਹੁਣ ਮੇਰੇ ਤੋਂ ਕਰਮ ਹੋ ਰਹੇ ਨੇ, ਇਹਨਾਂ ਕਰਮਾਂ ਕਰਕੇ ਅੱਗੇ ਮੈਨੂੰ ਨਵਾਂ ਸਰੀਰ ਮਿਲੇਗਾ, ਨਵੀਂ ਜੂਨ ਮਿਲੇਗੀ। ਉਸ ਨਵੇਂ ਸਰੀਰ ਦੇ ਵਿੱਚ, ਨਵੀਂ ਜੂਨ ਦੇ ਵਿੱਚ ਫਿਰ ਇਹ ਕੀਤੇ ਹੋਏ ਕਰਮ ਮੈਂ ਫਿਰ ਭੋਗਾਂਗਾ। ਜਿਹੜੇ ਇੱਕ ਸਰੀਰ ਕਰਕੇ ਨਾ ਭੋਗੇ ਜਾਣ, ਉਹ ਜਮ੍ਹਾਂ ਹੋ ਜਾਂਦੇ ਨੇ, ਫਿਰ ਦੂਜੇ ਸਰੀਰ ਦੇ ਜਮ੍ਹਾਂ ਹੋ ਗਏ, ਫਿਰ ਤੀਜੇ ਸਰੀਰ ਦੇ ਜਮ੍ਹਾਂ ਹੋ ਗਏ, ਇਸ ਤਰ੍ਹਾਂ ਸੰਚਿਤ ਕਰਮ ਹੋ ਗਏ। ਤੇ ਹੁਣ ਇਹਨਾਂ ਤੋਂ ਖਹਿੜਾ ਕਿਵੇਂ ਛਡਾਇਆ ਜਾਵੇ? ਇਹਨਾਂ ਕਰਮਾਂ ਤੋਂ ਖਹਿੜਾ ਛਡਾਇਆ ਜਾਂਦਾ ਜਦੋਂ ਮਨੁੱਖ ਦੇ ਅੰਦਰ ਅਣਹਦ ਧੁਰ ਛੁੱਟ ਪੈਂਦੀ ਹੈ, ਜਦੋਂ ਅਣਹਦ ਸ਼ਬਦ ਚੱਲ ਪੈਂਦਾ ਹੈ, ਜਦੋਂ ਉਹ ਬ੍ਰਹਮ ਅਵਸਥਾ ਨੂੰ ਪਹੁੰਚ ਜਾਂਦਾ ਹੈ। ਉਹਨੂੰ ਆਪਣੇ ਪ੍ਰਾਰਬਧ ਤਾਂ ਭੋਗਣੇ ਪੈਂਦੇ ਨੇ। ਅਸੀਂ ਵੇਖਦੇ ਹਾਂ ਕਈ ਬੜੇ ਬੜੇ ਸੰਤ ਮਹਾਤਮਾ ਹੁੰਦੇ ਨੇ, ਬੜੀ ਗੁਰੂ ਦੀ ਕਿਰਪਾ ਹੁੰਦੀ ਹੈ, ਤੇ ਉਹਨਾਂ ਤੇ ਵੀ ਬੜੇ ਬੜੇ ਦੁੱਖ ਤਕਲੀਫ ਆ ਜਾਂਦੇ ਨੇ। ਇਹ ਕਿਉਂ ਹੁੰਦੇ ਨੇ? ਕਿ ਪ੍ਰਾਰਬਧ ਜਿਹੜੀ ਉਹ ਨਹੀਂ ਕੱਟੀ ਜਾਂਦੀ। ਕਿਰੇਮਾਨ ਵੀ ਕੱਟੇ ਜਾਂਦੇ ਨੇ ਤੇ ਸੰਚਿਤ ਵੀ ਕੱਟੇ ਜਾਂਦੇ ਨੇ। ਜਿਹੜੀ ਪ੍ਰਾਰਬਧ ਕਰਕੇ ਸਰੀਰ ਮਿਲਿਆ ਉਹ ਭੋਗਣੇ ਪੈਣਗੇ। ਜੇ ਉਹ ਨਾ ਭੋਗਾਂਗੇ ਤੇ ਫਿਰ ਸਰੀਰ ਅੱਗੇ ਚੱਲੇਗਾ ਕਾਹਦੇ ਨਾਲ? ਕਿਉਂਕਿ ਇਹ ਕਰਮਾਂ ਨਾਲ ਚੱਲਦਾ ਹੈ। ਕਰਮ ਤੇਲ ਨੇ, ਜਿਹੜਾ ਸਰੀਰ ਦੇ ਵਿੱਚ ਕਰਮਾਂ ਰੂਪੀ ਤੇਲ ਪਾਇਆ ਉਸ ਨੂੰ ਖਰਚ ਕਰਦੇ ਆ, ਇਸ ਨੇ ਅੱਗੇ ਚੱਲਣਾ। ਜੇ ਇਹ ਵੀ ਕੱਟੇ ਗਏ ਨਾ, ਫਿਰ ਸਰੀਰ ਅੱਗੇ ਨਹੀਂ ਚੱਲੇਗਾ। ਇਸ ਤਰ੍ਹਾਂ ਸਮਝ ਲਓ। ਮੇਰੇ ਖਿਆਲ ਗੱਲ ਦੀ ਸਮਝ ਆ ਗਈ ਹੋਣੀ। ਹੁਣ ਕੱਟੇ ਤਾਂ ਜਾਣਗੇ ਜੇ ਬ੍ਰਹਮ ਗਿਆਨ ਦੀ ਅਵਸਥਾ ਆ ਜਾਵੇ, ਤੇ ਬ੍ਰਹਮ ਗਿਆਨ ਦੇ ਵਿੱਚ ਫਿਰ ਜਿਹੜਾ ਨਾ ਬ੍ਰਹਮ ਗਿਆਨੀ ਸਦਾ ਨਿਰਲੇਪ। ਕਿਰੇਮਾਨ ਕਰਮ ਨੇ ਜਿਹੜੇ ਇਹ ਹੁੰਦੇ ਨਹੀਂ, ਪ੍ਰਾਰਬਧ ਸਰੀਰ ਕਰਕੇ ਭੋਗੀ ਜਾਂਦੀ ਹੈ, ਤੇ ਸੰਚਿਤ ਨੇ ਜਿਹੜੇ ਉਹ ਤਾਂ ਹੀ ਅੱਗੇ ਖਾਵਾਂਗੇ ਜੇ ਅੱਗੇ ਸਰੀਰ ਮਿਲੇਗਾ। ਅੱਗੇ ਸਰੀਰ ਨਹੀਂ ਮਿਲਣਾ। ਜਿਵੇਂ ਬੰਦਾ ਮਰ ਜਾਵੇ ਤੇ ਬੈਂਕ ਦੇ ਵਿੱਚ ਪੈਸੇ ਜਿਹੜੇ ਉਹਦੇ ਕਿਸੇ ਕੰਮ ਨਹੀਂ ਹੈਗੇ, ਉਹ ਜੇ ਕੋਈ ਕਢਾ ਲਵੇ ਉਹਦੇ ਪਿੱਛੋਂ ਤਾਂ ਠੀਕ ਹੈ, ਨਹੀਂ ਤਾਂ ਫਿਰ ਬੈਂਕ 'ਚ ਹੀ ਪਏ ਰਹਿੰਦੇ ਨੇ। ਇਸੇ ਤਰ੍ਹਾਂ ਹੁਣ ਇੱਥੇ ਕਰਮਾਂ ਦੀ ਗੱਲ ਚੱਲੇਗੀ, ਤੇ ਥੋੜ੍ਹਾ ਗੌਰ ਦੇ ਨਾਲ ਚੱਲਿਓ, ਗੌਰ ਦੇ ਨਾਲ ਸਮਝੋ। ਮੈਂ ਵੀ ਮਿਹਨਤ ਕਰਕੇ ਆਇਆ, ਅੱਜ ਸਰੀਰ ਦੇ ਵਿੱਚ ਵੀ ਤੰਦਰੁਸਤੀ ਹੈ, ਕੱਲ੍ਹ ਨਾਲੋਂ ਕਾਫੀ ਸੁਧਾਰ ਹੈ। ਨਾਰਾਇਣ ਨਿੰਦ ਸਕਾਏ ਭੁੱਲੀ ਗਵਾਰੀ, 5 ਪੁੱਤਰ ਮਰ ਗਏ ਨੇ ਤਾਂ ਕੀ ਹੋ ਗਿਆ ਤੂੰ ਗਵਾਰਨ ਹੈ। ਭੋਲੇ ਭਾਏ ਦੇ ਵਿੱਚ ਬੇਸਮਝ ਔਰਤ, ਉਸ ਪ੍ਰਭੂ ਪਰਮਾਤਮਾ ਦੀ ਨਿੰਦਿਆ ਨਾ ਕਰਨੀ ਕਰ। ਦੋ ਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ, ਮਾੜੇ ਤੇ ਚੰਗੇ ਇਹ ਸਾਡੇ ਕਰਮ ਨੇ। ਕੋਈ ਨਾ ਕੋਈ ਇਸ ਤਰ੍ਹਾਂ ਦਾ ਕਰਮ ਪਿਛਲੇ ਜਨਮ ਦੇ ਵਿੱਚ ਤੇਰੇ ਤੋਂ ਜਾਂ ਮੇਰੇ ਤੋਂ ਹੋਇਆ ਹੋਣਾ, ਜਿੰਦੇ ਕਰਕੇ ਇਹ ਸਾਡੇ ਨਾਲ ਵਾਪਰਿਆ। ਦੋ ਕ੍ਰਿਤ ਕਹਿੰਦੇ ਨੇ ਮਾੜੇ ਕਰਮਾਂ ਨੂੰ, ਸੁਕ੍ਰਿਤ ਕਹਿੰਦੇ ਨੇ ਚੰਗੇ ਕਰਮਾਂ ਨੂੰ। ਮਾੜੇ ਤੇ ਚੰਗੇ ਕਰਮਾਂ ਕਰਕੇ ਨਾ
ਥਾਰੋ ਕਰਮ ਨਹੀਂ, ਇਹ ਤੇਰਾ ਕਰਮ ਹੈ ਭਾਈ, ਨਾਲ ਹੀ ਮੇਰਾ ਹੈ, ਕਿਉਂਕਿ ਸੰਜੋਗ ਕਰਮਾਂ ਕਰਕੇ ਹੁੰਦਾ ਹੈ। ਇਹ ਜਿਹੜਾ ਸੰਜੋਗ ਬਣਦਾ ਨਾ, ਇਹ ਵੀ ਲੈਣਾ ਦੇਣਾ ਕੋਈ ਸੰਬੰਧ ਹੈ। ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮ ਨਹੀਂ, ਇਹ ਭਾਈ ਆਪਣੇ ਕਰਮ ਨੇ ਜਿਨ੍ਹਾਂ ਨੂੰ ਅਸੀਂ ਭੋਗ ਰਹੇ ਹਾਂ ਜੀ। ਰਹਾਉ ਸੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ। ਹੁਣ ਜਦੋਂ ਕਿਸੇ ਨੂੰ ਇਹ ਆਖਦੀ ਹੈ ਨਾ ਵੀ ਤੂੰ ਆਪਣੇ ਕਰਮ ਭੋਗਦਾ ਹੈ, ਤੇ ਫਿਰ ਉਹਨੂੰ ਤਸੱਲੀ ਕਰਨ ਵਾਸਤੇ ਕੋਈ ਨਾ ਕੋਈ ਪ੍ਰਮਾਣ ਅੱਗੇ ਰੱਖਣਾ ਪੈਂਦਾ, ਕੋਈ ਨਾ ਕੋਈ ਸਬੂਤ ਅੱਗੇ ਰੱਖਣਾ ਪੈਂਦਾ, ਜਿੰਦੇ ਕਰਕੇ ਫਿਰ ਉਹਨੂੰ ਤਸੱਲੀ ਹੋ ਸਕੇ। ਹੁਣ ਇਸ ਤੋਂ ਅੱਗੇ ਜਿੰਨੇ ਵੀ ਸਬੂਤ ਨੇ ਉਹ ਤਕਰੀਬਨ ਸਾਰੇ ਭਗਤ ਤਰਲੋਚਨ ਜੀ ਨੇ ਆਪਣੀ ਪਤਨੀ ਦੇ ਅੱਗੇ ਰੱਖ ਦਿੱਤੇ ਨੇ, ਉਹਨੂੰ ਸਮਝਾਣਾ ਕੀਤਾ। ਰਾਓ ਸੰਕਰਾ ਕਹਿੰਦੇ ਨੇ ਸ਼ਿਵ ਜੀ ਨੂੰ, ਮਸਤਕ ਕਹਿੰਦੇ ਨੇ ਮੱਥੇ ਨੂੰ, ਬਸਤਾ ਕਹਿੰਦੇ ਨੇ ਵਸ ਰਿਹਾ, ਸਰਸਰੀ ਕਹਿੰਦੇ ਨੇ ਗੰਗਾ ਨੂੰ, ਇਸ਼ਨਾਨ ਰੇ। ਹੁਣ ਇਹਦੇ ਚ ਗੁਪ ਤੇ ਚੰਦਰਮਾ, ਇਸ ਤਰ੍ਹਾਂ ਜਿਹੜੀ ਛੰਦਾਬੰਦੀ ਹੁੰਦੀ ਹੈ ਉਹਦੇ ਵਿੱਚ ਇਸ਼ਾਰਾ ਕੀਤਾ ਹੁੰਦਾ ਹੈ। ਇਸ਼ਾਰੇ ਤੋਂ ਪਤਾ ਲੱਗਦਾ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਜਿਹਨੂੰ ਇਹ ਪਕੜ ਕਰਨੀ ਆ ਜਾਵੇ ਨਾ, ਫਿਰ ਉਹਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ। ਸ਼ੰਕਰਾ ਕਹਿੰਦੇ ਨੇ ਸ਼ਿਵ ਜੀ ਨੂੰ, ਮਸਤਕ ਕਹਿੰਦੇ ਨੇ ਮੱਥੇ ਨੂੰ, ਬਸਤਾ ਕਹਿੰਦੇ ਨੇ ਵਸ ਰਿਹਾ, ਸੁਰਸਰੀ ਕਹਿੰਦੇ ਨੇ ਗੰਗਾ, ਇਸ਼ਨਾਨ ਰੇ, ਗੰਗਾ ਦਾ ਇਸ਼ਨਾਨ ਵੀ ਹੋ ਰਿਹਾ ਹੈ। ਹੁਣ ਸ਼ਿਵ ਜੀ ਦੇ ਮੱਥੇ ਤੇ ਵੀ ਵਸ ਰਿਹਾ ਤੇ ਗੰਗਾ ਦਾ ਇਸ਼ਨਾਨ ਵੀ ਕਰ ਰਿਹਾ। ਜੇ ਕਿਸੇ ਨੇ ਇਤਿਹਾਸ ਪੜ੍ਹਿਆ ਹੋਵੇ ਜਾਂ ਫੋਟੋ ਵੇਖੀ ਹੋਵੇ ਸ਼ਿਵ ਜੀ ਦੀ, ਤੇ ਚੰਦ ਹੈ ਨਾ ਜਿਹੜਾ, ਇਹ ਸ਼ਿਵ ਜੀ ਦੇ ਮੱਥੇ ਦੇ ਉੱਤੇ ਬਣਿਆ ਹੋਇਆ ਹੈ। ਚੰਦ ਜਿਹੜਾ ਹੈ ਸ਼ਿਵ ਜੀ ਦੇ ਮੱਥੇ ਦੇ ਉੱਤੇ ਬਣਿਆ ਹੋਇਆ, ਵਸ ਰਿਹਾ ਹੈ, ਤੇ ਪਿੱਛੋਂ ਗੰਗਾ ਦਾ ਜਲ ਜਿਹੜਾ ਉਹਦੀ ਧਾਰਾ ਪੈ ਰਹੀ, ਇਹਦੇ ਨਾਲ ਇਸ਼ਨਾਨ ਕਰ ਰਹੀ ਹੈ। ਹੁਣ ਇੱਥੇ ਇਹ ਸਬੂਤ ਜਿਹੜਾ ਹੈ ਆਪਣੀ ਧਰਮ ਪਤਨੀ ਦੇ ਅੱਗੇ ਭਗਤ ਤਰਲੋਚਨ ਜੀ ਨੇ ਇਸ ਕਰਕੇ ਰੱਖਿਆ ਵੀ ਵੇਖ, ਇਹ ਜਿਹੜਾ ਚੰਦ ਸੀ ਨਾ, ਗੌਤਮ ਰਿਖੀ ਦੇ ਸਰਾਪ ਕਰਕੇ ਇਹਨੂੰ ਕਲੰਕ ਲੱਗਿਆ। ਚਲੋ ਮੈਂ ਵੀ ਖੁਲਾਸਾ ਕਰ ਹੀ ਦਿਆਂ। ਗੌਤਮ ਰਿਖੀ ਸੀ, ਬੜਾ ਤਪਸਵੀ ਸੀ, ਭਜਨ ਬੰਦਗੀ ਸਿਮਰਨ ਕਰਨ ਵਾਲਾ ਸੀ, ਤੇ ਇੰਦਰ ਦੇਵਤੇ ਨੇ ਚੰਦ ਦੇ ਨਾਲ ਰਲ ਕੇ ਮਤਾ ਕਰਕੇ ਤੇ ਇਸ ਦੇ ਘਰ ਨੂੰ ਬੇਪੱਤ ਕਰਨਾ ਚਾਹਿਆ। ਤੇ ਜਦੋਂ ਸਵੇਰੇ ਕੁੱਕੜ ਬੋਲਦਾ ਸੀ, ਭਗਤ ਸੀ ਜਿਹੜਾ, ਇਹ ਉੱਠ ਕੇ ਇਸ਼ਨਾਨ ਨੂੰ, ਗੌਤਮ ਰਿਖੀ ਉੱਠ ਕੇ ਇਸ਼ਨਾਨ ਨੂੰ ਜਾਇਆ ਕਰਦਾ ਸੀ। ਹੁਣ ਅਜੇ ਅੰਮ੍ਰਿਤ ਵੇਲਾ ਤਾਂ ਹੋਇਆ ਨਹੀਂ, ਅੱਧੀ ਰਾਤ ਹੋਈ ਹੈ, ਤੇ ਇਹਨੇ ਚੰਦ ਨੇ ਕੁੱਕੜ ਬਣ ਕੇ ਬਾਂਗ ਦੇ ਦਿੱਤੀ ਹੈ। ਭਗਤ ਜੀ ਆਪਣੀ ਮਰਿਆਦਾ ਦੇ ਅਨੁਸਾਰ ਖੜੇ ਹੋ ਗਏ ਨੇ ਤੇ ਇਸ਼ਨਾਨ ਵਾਸਤੇ ਚਲੇ ਗਏ ਨੇ। ਜਦੋਂ ਇਸ਼ਨਾਨ ਵਾਸਤੇ ਚਲੇ ਗਏ ਨੇ ਤੇ ਮਗਰੋਂ ਜਿਹੜਾ ਇੰਦਰ ਦੇਵਤਾ ਸੀ ਉਹਨੇ ਕੁਕਰਮ ਕਰ ਲਿਆ। ਉਧਰੋਂ ਦਰਿਆ ਨੇ ਆਵਾਜ਼ ਦੇ ਦਿੱਤੀ, ਜਾ ਭਗਤਾ ਤੇਰੇ ਘਰੇ ਚੋਰ ਲੱਗਿਆ ਹੋਇਆ। ਕਹਿੰਦਾ ਹੁਣ ਮੈਂ ਆਪਣੀ ਮਰਿਆਦਾ ਨਹੀਂ ਤੋੜਦਾ, ਮੈਂ ਤਾਂ ਇਸ਼ਨਾਨ ਕਰਕੇ ਹੀ ਜਾਵਾਂਗਾ। ਉਹਨੇ ਛੱਲ ਮਾਰੀ, ਇਹਨੇ ਭੱਜੇ ਜਾਂਦੇ ਨੇ, ਇਸ਼ਨਾਨ ਕਰ ਲਿਆ। ਜਦੋਂ ਆਇਆ ਤੇ ਇਹਨੇ ਸਰਾਪ ਦਿੱਤਾ ਹੈ, ਕਲੰਕਿਤ ਹੋ ਗਿਆ। ਕਹਿੰਦੇ ਨੇ ਗਿੱਲਾ ਪਰਨਾ ਮਾਰਿਆ ਸੀ ਤੇ ਉਹ ਦਾਗ ਪੈ ਗਿਆ ਚੰਦ ਤੇ। ਅੱਜ ਵੀ ਅਸੀਂ ਸਾਬਤ ਸੂਰਤ ਜਦੋਂ ਹੁੰਦਾ ਨਾ ਪੂਰਨਮਾਸ਼ੀ ਦਾ, ਇਹਦੇ ਵਿੱਚੋਂ ਕਲੰਕ ਕਾਲਖ ਲੱਗੀ ਹੋਈ ਵੇਖ ਸਕਦੇ ਹਾਂ। ਹੁਣ ਇਹਨੇ ਆਖਿਆ ਵੀ ਮੈਂ ਦਾਗੀ ਹੋ ਗਿਆ, ਗੰਗਾ ਕੋਲੇ ਗਿਆ, ਗੰਗਾ ਨੂੰ ਕਹਿੰਦਾ ਮੇਰਾ ਦਾਗ ਲਾ ਦਿਓ। ਕਹਿੰਦੀ ਇੱਕ ਭਗਤ ਦਾ ਲੱਗਿਆ ਹੋਇਆ, ਇਹਨੂੰ ਰੱਬ ਵੀ ਨਹੀਂ ਲਾ ਸਕਦਾ, ਕਿਉਂਕਿ ਭਗਤ ਹੈ ਨਾ ਜਿਹੜਾ, ਇਹ ਰੱਬ ਤੋਂ ਅੱਗੇ ਟੱਪ ਜਾਂਦਾ ਹੈ। ਸੱਚੋ ਔਰੇ ਸਭ ਕੋ ਉੱਪਰ ਸੱਚ ਉਚਾਰ। ਮੈਂ ਨਹੀਂ ਕਹਿ ਰਿਹਾ, ਗੁਰਬਾਣੀ ਕਹਿ ਰਹੀ ਜੇ ਕਿ ਸਾਚੋ ਔਰੇ ਸਭ ਕੋ, ਸੱਚ ਪਰਮਾਤਮਾ ਨੂੰ ਗੁਰੂ ਨਾਨਕ ਦੇਵ ਜੀ ਨੇ ਆਖਿਆ ਆਦ ਸੱਚ ਜੁਗਾਦ ਸੱਚ। ਸਾਚੋ ਔਰੇ ਸਭ ਕੋ, ਰੱਬ ਤੋਂ ਥੱਲੇ ਨੇ ਸਾਰੇ, ਰੱਬ ਤੋਂ ਸਾਰੇ ਥੱਲੇ ਨੇ। ਉੱਪਰ ਸੱਚ ਆਕਾਰ, ਪਰ ਰੱਬ ਤੋਂ ਉੱਪਰ ਕੌਣ ਹੈ? ਉਹ ਭਗਤ ਜਿਹੜਾ ਸੱਚ ਆਕਾਰ ਤੋਂ ਭਾਵ ਜਿੰਦਾ ਜੀਵਨ ਸੱਚਾ ਹੋ ਗਿਆ, ਜਿਹਨੇ ਆਪਣੇ ਜੀਵਨ ਨੂੰ ਸੱਚਾ ਤੇ ਸੁੱਚਾ ਬਣਾ ਲਿਆ ਨਾ, ਉਸ ਤੋਂ ਵੀ ਉੱਚਾ ਹੋ ਗਿਆ। ਹੁਣ ਭਗਤ ਦਾ ਕਲੰਕ ਨਹੀਂ ਲਏਗਾ। ਗੰਗਾ ਨੇ ਜਵਾਬ ਦੇ ਦਿੱਤਾ, ਮੈਂ ਕੱਲ ਨਾਲ ਮਕਾਵਾਂ ਹੋਰ ਵੀ ਕਈਆਂ ਥਾਵਾਂ ਤੇ ਇਹ ਗਿਆ, ਪਰ ਕਿਸੇ ਨੇ ਹਾਮੀ ਨਹੀਂ ਭਰੀ। ਕਹਿੰਦੇ ਨਾ, ਇਹ ਗੌਤਮ ਰਿਖੀ ਦਾ ਲੱਗਿਆ, ਇਹ ਨਹੀਂ ਲੈਂਦਾ। ਫਿਰ ਸ਼ਿਵ ਜੀ ਭਗਵਾਨ ਦੀ ਇਹਨੇ ਬੰਦਗੀ ਕੀਤੀ ਤੇ ਸ਼ਿਵ ਜੀ ਭਗਵਾਨ ਕਹਿੰਦਾ ਨਹੀਂ, ਮੇਰੇ ਤੋਂ ਵੀ ਨਹੀਂ ਲੈਂਦਾ। ਫਿਰ ਕਹਿੰਦਾ ਜੇ ਨਹੀਂ ਲੈਂਦਾ ਤੇ ਇਸ ਤਰ੍ਹਾਂ ਕਰ। ਇਹਦਾ ਖਿਆਲ ਸੀ ਵੀ ਮੈਂ ਸ਼ਿਵ ਜੀ ਦੇ ਮੱਥੇ ਦੇ ਉੱਤੇ ਲੱਗ ਜਾਵਾਂ ਤੇ ਗੰਗਾ ਦਾ ਇਸ਼ਨਾਨ ਹੁੰਦਾ ਰਵੇ ਤੇ ਸ਼ਾਇਦ ਲੈ ਜੇ। ਇਹਨੇ ਆਖਿਆ ਵੀ ਇਸ ਤਰ੍ਹਾਂ ਕਰ, ਫਿਰ ਮੈਨੂੰ ਤੇਰੇ ਮੱਥੇ ਤੇ ਨਿਵਾਸ ਦੇ ਦੇ। ਤੇ ਮੱਥੇ ਤੇ ਨਿਵਾਸ ਲੈ ਲਿਆ ਤੇ ਹੁਣ ਗੰਗਾ ਦਾ ਇਸ਼ਨਾਨ ਹੋ ਗਿਆ। ਲੇਕਿਨ ਆਪਾਂ ਕਲੰਕ ਅੱਜ ਵੀ ਵੇਖ ਰਹੇ ਹਾਂ ਜੀ।
ਕੁਲ ਜਨ ਮਦੇ ਮਿਲਿਓ ਸਾਰੰਗ ਪਾਨ ਰੇ। ਤੇ ਉਹਨਾਂ ਦੀ ਕੁੱਲ ਦੇ ਵਿੱਚ ਪੈਦਾ ਹੋਇਆ ਕ੍ਰਿਸ਼ਨ ਭਗਵਾਨ। ਇਹ ਚੰਦਰਵੰਸ਼ੀ ਤੇ ਸੂਰਜਵੰਸ਼ੀ ਦੋ ਕੁੱਲਾਂ ਚੱਲੀਆਂ ਨੇ। ਇਹ ਚੰਦਰਵੰਸ਼ੀ ਹੈ ਵਿਸ਼ਨੂੰ। ਕੁੱਲ ਜਨ ਮੱਧੇ ਉਹਨਾਂ ਦੀ ਕੁੱਲ ਦੇ ਵਿੱਚ ਪੈਦਾ ਹੋਇਆ ਕ੍ਰਿਸ਼ਨ ਭਗਵਾਨ, ਜਿਹਨੂੰ ਵਿਸ਼ਨੂੰ ਦਾ ਅਵਤਾਰ ਮਿਲਿਆ। ਮਿਲਿਓ ਸਾਰੰਗ ਪਾਨ ਰੇ। ਭਾਈ ਇਹਨੂੰ ਵੀ ਆਣ ਕੇ ਇਹਨੇ ਬੜੀਆਂ ਮਿਹਨਤਾਂ ਜੋਦੜੀਆਂ ਕੀਤੀਆਂ, ਜਿਹਨੂੰ ਇਹਦੇ ਤੋਂ ਵੀ ਨਹੀਂ, ਕ੍ਰਿਸ਼ਨ ਭਗਵਾਨ ਤੋਂ ਵੀ ਨਹੀਂ ਇਹ ਕਲੰਕ ਲਾਇਆ ਗਿਆ ਜੀ। ਕਰਮ ਕਰ ਕਲੰਕ ਮਫੀਟ ਸ੍ਰੀ। ਮਫੀਟਸ ਦਾ ਅਰਥ ਹੁੰਦਾ ਨਾਮ ਮਿਟਣ ਵਾਲਾ। ਇੱਕ ਭਗਤ ਦਾ ਦਿੱਤਾ ਹੋਇਆ ਸਰਾਪ, ਇੱਕ ਭਗਤ ਦਾ ਲਾਇਆ ਹੋਇਆ ਕਲੰਕ ਕਦੇ ਨਹੀਂ ਮਿਟੇਗਾ। ਇਹ ਪ੍ਰਾਰਬਧ ਬਣ ਗਈ ਹੈ, ਇਸੇ ਦਾ ਨਾਮ ਪ੍ਰਾਰਬਧ ਹੈ। ਕਰਮ ਕਰ ਕਲੰਕ ਮਫੀਟ ਸ੍ਰੀ। ਵੇਖੋ ਹੈਗਾ ਕਿਰੇ ਮਾਨਸੀ ਕਿਰਿਆ ਕੀਤੀ ਸੀ ਸਰੀਰ ਦੇ ਨਾਲ, ਤੇ ਇਹ ਪ੍ਰਾਰਬਧ ਬਣ ਗਈ ਹੈ। ਬਾਕੀ ਜਦੋਂ ਅਸੀਂ ਭਜਨ ਕਰਦੇ ਹਾਂ, ਬੰਦਗੀ ਕਰਦੇ ਹਾਂ, ਲੈ ਜਾਂਦੇ ਨੇ। ਇਹ ਵੀ ਸਮਝ ਲਈਏ ਜਿਹੜੇ ਛੋਟੇ ਮੋਟੇ ਪਾਪ ਨੇ ਨਾ, ਗੁਨਾਹ ਨੇ, ਉਹ ਭਜਨ ਕਰਦਿਆਂ, ਪਾਠ ਕਰਦਿਆਂ, ਸਿਮਰਨ ਕਰਦਿਆਂ, ਪਾਵਨ ਤੀਰਥਾਂ ਦੇ ਇਸ਼ਨਾਨ ਕਰਦਿਆਂ ਮਿਟ ਜਾਂਦੇ ਨੇ। ਪਰ ਕਿਸੇ ਸਾਧੂ ਦਾ ਫਟਕਾਰਿਆ ਹੋਇਆ ਨਾ, ਇਹ ਨਹੀਂ ਕਦੇ ਮਿਟਦਾ। ਧੰਨ ਗੁਰਬਾਣੀ ਦੇ ਅੰਦਰ ਬਾਬਾ ਫਰੀਦ ਜੀ ਦਾ ਸ਼ਬਦ ਹੁੰਦਾ, ਫਰੀਦਾ ਤੱਤੀ ਤੋਏ ਨਾ ਪੱਲਵੇ ਜੇ ਜਲ ਟੁੱਬੀ ਦੇ। ਭਗਤ ਫਰੀਦ ਜੀ ਉੱਥੇ ਕਹਿੰਦੇ ਨੇ ਫਸਲ ਨੂੰ ਧੁੱਪ ਆ ਜਾਵੇ, ਸੇਕ ਆ ਜਾਵੇ, ਸੋਕਾ ਪੈ ਜਾਵੇ ਤੇ ਮੀਂਹ ਹੋ ਜਾਵੇ ਨਾ, ਜਾਂ ਪਾਣੀ ਲਾ ਦਈਏ ਤੇ ਫਸਲ ਹਰੀ ਭਰੀ ਹੋ ਜਾਂਦੀ ਏ, ਫਿਰ ਟੈਕ ਚ ਆ ਜਾਂਦੀ ਏ। ਜੇਠ ਹਾੜ ਦੇ ਦਿਨ ਹੋਣ ਤੇ ਫਸਲ ਕਮਲਾ ਜਾਂਦੀ ਏ ਪਾਣੀ ਤੋਂ ਬਿਨਾਂ। ਜਦੋਂ ਪਾਣੀ ਤੋਂ ਬਿਨਾਂ ਫਸਲ ਕਮਲਾ ਜਾਂਦੀ ਏ, ਇੱਥੋਂ ਤੱਕ ਕਿ ਦਾਸ ਨੇ ਵੇਖੇ ਨੇ ਕਈ ਸੁੱਕੇ ਬੂਟੇ ਵੀ ਜੜ ਚੋਂ ਫਿਰ ਹਰੇ ਹੋਣੇ ਸ਼ੁਰੂ ਹੋ ਜਾਂਦੇ ਨੇ। ਤੱਤੀ ਤੋਏ ਨਾ ਪੱਲਵੇ, ਜਿਹਨੂੰ ਪਾਣੀ ਨੇ ਡੁੱਬ ਦਿੱਤਾ ਉਹ ਨਹੀਂ ਹਰੀ ਹੋਏਗੀ। ਜਿਹੜਾ ਪਾਣੀ ਦੇ ਵਿੱਚ ਡੁੱਬ ਕੇ ਸੁੱਕ ਗਿਆ ਨਾ, ਉਹ ਹਰਾ ਨਹੀਂ ਹੋਏਗਾ। ਇਸੇ ਤਰ੍ਹਾਂ ਜਿਹੜਾ ਸੰਤ ਦਾ ਸਰਾਪ ਹੈ ਨਾ, ਜਿਹਨੂੰ ਸੰਤ ਨੇ ਸਰਾਪ ਦਿੱਤਾ ਹੈ ਮਫੀਟ ਸ੍ਰੀ, ਉਹ ਨਹੀਂ ਮਿਟੇਗਾ। ਕਰਮ ਕਰ ਕਲੰਕ, ਇਹ ਜਿਹੜਾ ਕਲੰਕ ਲੱਗੇ ਹੈ ਕਰਮਾਂ ਦਾ ਕੀਤਾ ਹੋਇਆ, ਮਫੀਟ ਸ੍ਰੀ, ਇਹ ਨਹੀਂ ਮਿਟੇਗਾ ਜੀ। ਵਿਸ਼ਵ ਕਾ ਦੀਪਕ ਸੁਆਮੀ ਤਾਂ ਚਿਰੇ ਸਵਾਰਥੀ, ਪੰਖੀ ਰਾਏ ਗਰਡ ਤਾਂ ਚੇ ਬਾਦਬਾ। ਹਾਂਜੀ, ਵਿਸ਼ਵ ਕਾ ਦੀਪਕ। ਹੁਣ ਵੇਖੋ ਸਾਰਿਆਂ ਦਾ ਦੀਵਾ ਹੈ, ਕੌਣ ਹੈ? ਸੂਰਜ। ਵਿਸ਼ਵ ਆਪਾਂ ਸਾਰੇ ਸੰਸਾਰ ਨੂੰ ਕਹਿ ਦਿੰਨੇ ਆ, ਤੇ ਸਾਰੇ ਸੰਸਾਰ ਦਾ ਦੀਪਕ ਦੀਵਾ ਕੌਣ ਹੈ? ਸੂਰਜ। ਸੁਆਮੀ, ਇਹ ਸਾਰੇ ਦੀਵਿਆਂ ਦਾ ਮਾਲਕ ਵੀ ਹੈ। ਜਿੰਨਾ ਵੀ ਪ੍ਰਕਾਸ਼ ਹੋ ਰਿਹਾ ਹੈ ਇਹ ਸਾਰਾ ਸੂਰਜ ਤੋਂ ਹੋ ਰਿਹਾ ਹੈ, ਸਾਰਿਆਂ ਦਾ ਦੀਵਾ ਹੈ। ਤੇ ਜਿਹੜੇ ਦੀਵੇ ਜਗਦੇ ਨੇ ਉਹਨਾਂ ਦਾ ਸੁਆਮੀ ਮਾਲਕ ਤੋਂ ਭਾਵ ਵੀ ਸਭ ਤੋਂ ਵੱਡਾ ਹੈ, ਸਾਰਿਆਂ ਦਾ ਮਾਲਕ ਹੈ, ਸਭ ਤੋਂ ਵੱਡਾ ਹੈ। ਤਾਂ ਜਿਹੜੇ ਸਵਾਰਥੀ, ਸਵਾਰਥੀ ਦਾ ਅਰਥ ਹੁੰਦਾ ਰੱਥ ਤੋੜਨ ਵਾਲਾ। ਸਵਾਰਥੀ ਦਾ ਅਰਥ ਹੁੰਦਾ ਹੈ ਰੱਥ ਤੋੜਨ ਵਾਲਾ। ਇਹਦਾ ਨਾਮ ਹੈ ਅਰੁਣ। ਅਰੁਣ ਜਿਹੜਾ ਇਹਦੀਆਂ ਲੱਤਾਂ ਨਹੀਂ ਹੈਗੀਆਂ। ਹੁਣ ਅਰੁਣ ਨੇ ਜਿਹੜਾ ਉਹਦੀਆਂ ਲੱਤਾਂ ਨਹੀਂ ਹੈਗੀਆਂ, ਤੇ ਉਹ ਸੂਰਜ ਦੇਵਤਾ ਜਿਹੜੇ ਸਾਰੇ ਦੁਨੀਆ ਨੂੰ ਪ੍ਰਕਾਸ਼ ਕਰ ਰਿਹਾ ਤੇ ਸਾਨੂੰ ਰੋਜੀ ਰੋਟੀ ਵੀ ਦੇ ਰਿਹਾ ਹੈ, ਕਿਉਂਕਿ ਸੂਰਜ ਤੋਂ ਕਿਰਨਾਂ ਲੈ ਕੇ ਸਾਡੀ ਫਸਲ ਹੈ ਜਿਹੜੀ ਵੱਧਦੀ ਫੁੱਲਦੀ ਤੇ ਪੱਕਦੀ ਏ। ਸਾਨੂੰ ਸਾਰਿਆਂ ਨੂੰ ਰੋਟੀ ਦੇਣ ਵਾਲਾ ਵੀ ਏ, ਸੁਆਮੀ ਬਣਿਆ ਹੋਇਆ ਸਾਡਾ ਤੇ ਦੀਵਕ ਹੀ ਹੈ। ਪਰ ਉਹਦਾ ਜਿਹੜਾ ਸਵਾਰਥੀ, ਜਿਹੜਾ ਰੱਥ ਤੋੜਨ ਵਾਲਾ ਹੈ ਭਾਵ ਜਾਂ ਸੇਵਾਦਾਰ ਹੈ ਜਿਹੜਾ, ਉਹਦੀਆਂ ਲੱਤਾਂ ਨਹੀਂ ਹੈਗੀਆਂ। ਹੁਣ ਇਹਨੂੰ ਲੱਤਾਂ ਨਹੀਂ ਦੇ ਸਕਦਾ ਕਿਉਂਕਿ ਇਹਨੂੰ ਵੀ ਸਰਾਪ ਹੋਇਆ ਹੈ। ਇਹ ਵੀ ਇੱਕ ਮਨੁੱਖ ਸੀ, ਤੇ ਮਨੁੱਖ ਜੂਨ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਭਗਤੀ ਕਰਨ ਵਾਲੇ ਕਿਸੇ ਭਗਤ ਦੇ ਨਾਲ ਇਹਨੇ ਕੋਈ ਇਸ ਤਰ੍ਹਾਂ ਦਾ ਦੁਰਾਚਾਰ ਸ਼ਬਦ ਆਇਆ। ਉਹਨੇ ਆਖਿਆ ਚੰਗਾ ਫਿਰ ਜਿਹੜੀਆਂ ਲੱਤਾਂ ਦੇ ਨਾਲ ਤੂੰ ਭੱਜ ਕੇ ਆਇਆ ਨਾ, ਇਹ ਹੀ ਨਾ ਰਹਿਣ। ਤੇ ਅਗਲੇ ਜਨਮ ਦੇ ਵਿੱਚ ਇਹਨੂੰ ਲੱਤਾਂ ਨਹੀਂ ਮਿਲੀਆਂ। ਭਗਤ ਦੇ ਪ੍ਰਤਾਪ ਕਰਕੇ, ਭਗਤ ਦੇ ਦਰਸ਼ਨ ਕਰਕੇ, ਭਗਤ ਦੇ ਵਚਨਾਂ ਕਰਕੇ ਇਹ ਸੂਰਜ ਦੇਵਤੇ ਦਾ ਰਥਵਾਈ ਸੇਵਕ ਤਾਂ ਬਣ ਗਿਆ, ਪਰ ਸਰਾਪ ਹੈ ਜਿਹੜਾ ਸਾਧੂ ਦਾ ਉਹ ਨਹੀਂ ਮਿਟਾ ਸਕਿਆ। ਉਹ ਇਹਨੂੰ ਕਰਮ ਜਿਹੜਾ ਪ੍ਰਾਰਬਧ ਹੁਣ ਭੋਗ ਰਿਹਾ ਹੈ। ਪੰਖੀ ਰਾਏ ਗਰੜ, ਤੇ ਹੁਣ ਪੰਖੀਆਂ ਦਾ ਰਾਜਾ ਕੌਣ ਹੈ? ਗਰੜ। ਤਾਚੇ ਬਾਦਵਾ, ਇਹ ਦੋਵੇਂ ਭਰਾ ਨੇ। ਗਰੜ ਤੇ ਅਰੁਣ ਦੋਵੇਂ ਭਰਾ ਨੇ। ਬਾਦਵਾ ਦਾ ਅਰਥ ਹੈ ਭਰਾ, ਇਹ ਦੋਵੇਂ ਭਰਾ ਨੇ। ਤੇ ਹੁਣ ਗਰੜ ਹੈ ਜਿਹੜਾ ਇਹਦਾ ਭਰਾ ਹੈ। ਤੇ ਇਸੇ ਤਰ੍ਹਾਂ ਭਾਈ ਗਰੜ ਪੰਖੀ ਹੈ ਜਿਹੜਾ ਰਾਏ ਪੰਖੀ, ਸਾਰੇ ਪੰਖੀਆਂ ਦਾ ਰਾਜਾ ਹੈ, ਸਾਰਿਆਂ ਤੋਂ ਵੱਡਾ ਮਹਾਨ ਹੈ। ਇੱਥੇ ਮੈਂ ਨਿੱਕਾ ਜਿਹਾ ਇੱਕ ਪ੍ਰਸੰਗ ਸੁਣਾ ਦਿਆਂ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਜਿਹੜੀ, ਇੱਥੇ ਸ੍ਰੀ ਰਾਮਚੰਦਰ ਦੇ ਨਾਲ ਲਵ ਤੇ ਕੁਸ਼ ਦਾ ਯੁੱਧ ਹੋਇਆ ਸੀ। ਲਵ ਤੇ ਕੁਸ਼ ਦਾ ਜਦੋਂ ਯੁੱਧ ਹੋਇਆ ਸੀ
ਉਹ ਯੁੱਧ ਦੇ ਵਿੱਚ ਰਾਮਚੰਦਰ ਤੇ ਲక్ష్మణ ਇਹ ਸਾਰੇ ਮਾਰੇ ਗਏ। ਇਹ ਜਦੋਂ ਸਾਰੇ ਮਾਰੇ ਗਏ ਤੇ ਸੀਤਾ ਨੂੰ ਲਿਜਾ ਕੇ ਸਿਰ ਦਿੱਤੇ। ਜਦੋਂ ਸਿਰ ਦਿੱਤੇ ਤੇ ਉਹਨੇ ਆਖਿਆ ਇਹ ਮੇਰਾ ਦਿਓਰ ਹੈ ਤੇ ਮੇਰਾ ਪਤੀ ਆ, ਤੁਸੀਂ ਕੀ ਕਰ ਲਿਆ? ਫਿਰ ਉਸ ਵਕਤ ਅੰਮ੍ਰਿਤ ਜਿਹੜਾ ਨਾ ਉਹ ਲਿਆ ਕੇ ਛਿੜਕਿਆ ਗਿਆ ਸੀ, ਜਿਸ ਕਰਕੇ ਇੱਥੇ ਅੰਮ੍ਰਿਤ ਕੁੰਡ ਉਦੋਂ ਦਾ ਬਣਿਆ ਹੈ। ਤੇ ਦੂਸਰਾ ਇੱਕ ਹੋਰ ਪ੍ਰਸੰਗ, ਇਹ ਗਰੜ ਤੇ ਨਾਗ ਨੇ ਜਿਹੜੇ ਇਹਨਾਂ ਦੋਵਾਂ ਦੀਆਂ ਦੋ ਬਾਵਾਂ ਸਨ, ਮਾਸੀ ਦੇ ਪੁੱਤਰ ਸਨ, ਤੇ ਇਹਨਾਂ ਦੋਵਾਂ ਸੌਕਣਾਂ ਦੀ ਆਪਸ ਦੇ ਵਿੱਚ ਅਣਬਣ ਬੜੀ ਰਹਿੰਦੀ ਸੀ, ਯੁੱਧ ਛਿੜੇ ਰਹਿੰਦਾ ਸੀ। ਉਹ ਕਹਿੰਦੀ ਸੀ ਕਿਵੇਂ ਨਾ ਕਿਵੇਂ ਮੈਂ ਇਹਦੀ ਕੁੱਲ ਦਾ ਨਾਸ਼ ਕਰ ਲਾਂ ਤੇ ਸ਼ੇਸ਼ਨਾਗ ਜਿਹੜਾ ਮੇਰਾ ਪੁੱਤਰ ਹੈ ਨਾ ਉਹਨੂੰ ਸਾਰਾ ਕੁਝ ਮਿਲ ਜੇ। ਤੇ ਗਰੜ ਦੀ ਬਾਂ ਕਹਿੰਦੀ ਸੀ ਵੀ ਜੇ ਕਿਤੇ ਇਹਨਾਂ ਦਾ ਨਾਸ਼ ਹੋ ਜੇ ਤੇ ਫਿਰ ਮੇਰੇ ਪੁੱਤਰ ਨੂੰ ਸਾਰਾ ਕੁਝ ਮਿਲ ਜੇ। ਇੱਕ ਦੂਜੇ ਦਾ ਬੁਰਾ ਕਰਦੀਆਂ ਕਰਦੀਆਂ ਦਾ ਆਪ ਦਾ ਹੀ ਬੁਰਾ ਹੋ ਗਿਆ। ਇਹਨਾਂ ਨੇ ਕੀ ਕੀਤਾ, ਕਹਿੰਦੇ ਜੀ ਜਿਹੜਾ ਸ਼ਿਵ ਜੀ ਭਗਵਾਨ ਹੈ ਉਹਦਾ ਨੰਦੀ ਹੈ ਨਾ, ਜਿਹੜਾ ਨਾਂਗਾ ਦੀ ਮਾਂ ਕਹਿੰਦੀ ਕਾਲਾ ਹੈ ਤੇ ਗੜ ਪੰਖੀ ਦੀ ਮਾਂ ਕਹਿੰਦੀ ਇਹ ਚਿੱਟਾ ਹੈ। ਹੁਣ ਹੈਗਾ ਚਿੱਟਾ ਸੀ, ਨਾਂਗਾ ਦੀ ਮਾਂ ਨੂੰ ਵੀ ਪਤਾ ਸੀ, ਪਰ ਉਹਨੇ ਸਿਰ ਅੜਾ ਲਿਆ। ਕਹਿੰਦੀ ਚੰਗਾ ਜੇ ਕਾਲਾ ਹੋਇਆ ਤੇ ਫਿਰ ਅੰਮ੍ਰਿਤ ਦਾ ਗੜਵਾ ਤੂੰ ਸਾਨੂੰ ਲਿਆ ਦੀ। ਤੇ ਦੂਜੀ ਕਹਿੰਦੀ ਚੰਗਾ ਜੇ ਚਿੱਟਾ ਹੋਇਆ ਤੇ ਫਿਰ ਤੇਰੇ ਪੁੱਤਰ ਨੂੰ ਸ਼ੇਸ਼ਨਾਗ ਨੂੰ ਲਿਆਉਣਾ ਪਏਗਾ। ਹੁਣ ਇਹਨੇ ਆਪਣੇ ਪੁੱਤਰਾਂ ਨੂੰ ਸਿਖਾਤਾ ਸਾਰੇ ਨਾਂਗਾਂ ਨੂੰ ਵੀ ਉਹਦੇ ਘੋੜੇ ਨੂੰ ਚੰਬੜ ਜਾਓ, ਵਾਹਿਗੁਰੂ ਜੀ ਬਲਦ ਨੂੰ ਚੰਬੜ ਜਾਓ, ਨੰਦੀ ਨੂੰ, ਇਹਦਾ ਨਾਮ ਨੰਦੀ ਹੈ ਬਲਦ, ਇਹਨੂੰ ਚੰਬੜ ਜਾਓ, ਇਹ ਕਾਲਾ ਹੋ ਜਾਵੇ। ਤੇ ਜਦੋਂ ਕਾਲਾ ਦੂਰੋਂ ਦਿਸੇਗਾ, ਕਿਉਂਕਿ ਇਸ ਤਰ੍ਹਾਂ ਦੇ ਦੇਵਤੇ ਦਰਸ਼ਨ ਦਿੰਦੇ ਸਨ ਪਰ ਦੂਰੋਂ ਦਿੰਦੇ ਸਨ, ਜਦੋਂ ਦਰਸ਼ਨ ਦੂਰੋਂ ਦਾ ਹੈਗਾ ਤੁਸੀਂ ਸਾਰੇ ਚੰਬੜ ਜਾਓਗੇ ਨੇ ਤੇ ਕਾਲਾ ਦਿਸੇਗਾ ਤੇ ਮੈਂ ਆਖਾਂਗੀ ਗੜ ਨੂੰ ਵੀ ਲਿਆ ਪਈ, ਹੁਣ ਅੰਮ੍ਰਿਤ ਤੈਨੂੰ ਲਿਆਉਣਾ ਪੈਣਾ ਹੈ। ਜਦੋਂ ਆਇਆ ਸ਼ਿਵ ਜੀ ਭਗਵਾਨ, ਇਹ ਸਾਰੇ ਚੰਬੜ ਗਏ, ਦਰਸ਼ਨ ਕੀਤੇ ਤੇ ਨੰਦੀ ਦੇ ਹੁਣ ਸੱਪ ਚੰਬੜੇ ਹੋਏ ਨੇ, ਉਹ ਕਾਲਾ ਹੀ ਦਿਸਣਾ ਦੂਰੋਂ। ਜਦੋਂ ਕਾਲਾ ਦਿਸਿਆ ਤੇ ਗੜ ਫਿਰ ਦੇ ਜਿਹੜਾ ਇਹ ਸੱਚਖੰਡ ਦੇ ਵਿੱਚੋਂ ਅੰਮ੍ਰਿਤ ਦਾ ਕਟੋਰਾ ਲੈ ਕੇ ਆਇਆ। ਜਦੋਂ ਅੰਮ੍ਰਿਤ ਦਾ ਕਟੋਰਾ ਲੈ ਕੇ ਆਇਆ ਤੇ ਇਹਦੀ ਮਾਂ ਸਮਝ ਗਈ ਵੀ ਇਹਦੀ ਚਾਲ ਹੈ। ਕਹਿੰਦੀ ਪੁੱਤਰ ਇੱਕ ਵਾਰੀ ਲਿਆ ਕੇ ਵਿਖਾ ਕੇ ਉਦੋਂ ਹੀ ਲੈ ਜੀ। ਲਿਆ ਕੇ ਰੱਖ ਕੇ ਤੇ ਉਦੋਂ ਹੀ ਮੋੜ ਕੇ ਲੈ ਗਿਆ ਤੇ ਸੱਪਾਂ ਨੂੰ ਪੀਣ ਨਹੀਂ ਦਿੱਤਾ। ਜਦੋਂ ਸੱਪਾਂ ਨੂੰ ਪੀਣ ਨਹੀਂ ਦਿੱਤਾ ਤੇ ਇਹ ਕਹਿੰਦੀ ਇੱਥੇ ਕੋਈ ਨਾ ਕੋਈ ਤਾਂ ਬੂੰਦ ਡੁੱਲੀ ਹੋਣੀ ਹੈ, ਤੁਸੀਂ ਐ ਕਰੋ ਜਿਹੜੇ ਪੱਥਰ ਤੇ ਰੱਖੇ ਉਹ ਚਟਣਾ ਸ਼ੁਰੂ ਕਰ ਦਿਓ। ਉਹਨਾਂ ਨੇ ਚਟਣਾ ਸ਼ੁਰੂ ਕਰ ਦਿੱਤਾ। ਜਦੋਂ ਚਟਣਾ ਸ਼ੁਰੂ ਕਰ ਦਿੱਤਾ ਤੇ ਉਥੋਂ ਧੋਖਾ ਸੀ, ਧੋਖੇ ਤੋਂ ਜ਼ਹਿਰ ਬਣਦੀ, ਉਹ ਜ਼ਹਿਰ ਬਣ ਗਈ। ਇਹਨਾਂ ਦੀਆਂ ਜੀਭਾਂ ਪਾਟ ਗਈਆਂ। ਸੱਪ ਦੀਆਂ ਅੱਗੋਂ ਦੋ ਜੀਭਾਂ ਹੁੰਦੀਆਂ ਨੇ, ਪਿੱਛੋਂ ਇੱਕ ਹੁੰਦੀ ਏ, ਉਦੋਂ ਦੀ ਇਹਨਾਂ ਦੀਆਂ ਜੀਭਾਂ ਪਾਟੀਆਂ ਨੇ। ਸੋ ਇਹ ਪ੍ਰਸੰਗ ਇੱਥੇ ਧੰਨ ਗੁਰਬਾਣੀ ਕਹਿੰਦੀ ਗੁਰੜ ਤਾਚੇ ਬਾਦਵਾ। ਵੇਖੋ ਉਹਨਾਂ ਦੇ ਜਿਹੜੇ ਬਾਦਵ ਸੀਗੇ ਉਹਨਾਂ ਨੂੰ ਅੱਜ ਕੱਲ੍ਹ ਇਹ ਕਲੰਕ ਲੱਗਿਆ, ਗਾਂ ਪਤਾ ਨਹੀਂ ਕਿੰਨੀਆਂ ਕੁ ਪੀੜੀਆਂ ਕਦੋਂ ਦੀਆਂ ਗੱਲਾਂ ਨੇ, ਕਿੰਨੇ ਕੁ ਯੁੱਗ ਬੀਤ ਗਏ ਨੇ ਤੇ ਅੱਜ ਵੀ ਉਹਨਾਂ ਨੂੰ ਇਹ ਕਲੰਕ ਲੱਗਿਆ। ਦੋ ਜੀਭਾਂ ਵਾਲੇ ਨੇ ਸੱਪ ਕਾਲੇ ਜਿਹੜੇ ਨੇ, ਇਹ ਦੋ ਜੀਭਾਂ ਵਾਲੇ ਹਨ ਜੀ। ਕਰਮ ਕਰ ਅਰਨ ਪਿੰਗਲਾਰੀ। ਤੇ ਹੁਣ ਵੇਖੋ ਕਰਮਾ ਕਰਕੇ ਅਰਨ ਜਿਹੜਾ ਪਿੰਗਲਾ, ਇਹਦੀ ਮੈਂ ਕਹਾਣੀ ਆਪ ਜੀ ਨੂੰ ਪਿੱਛੇ ਸੁਣਾ ਚੁੱਕਿਆ, ਜੋ ਸਾਖੀ ਸੀ। ਇਹਨੇ ਕਰਮ ਕੀਤੇ ਨੇ, ਉਹਨਾਂ ਕਰਮਾਂ ਦਾ ਫਲ ਮਿਲਿਆ, ਇਹਨੂੰ ਲੱਤਾਂ ਨਹੀਂ ਮਿਲੀਆਂ। ਪਿੰਗਲਾ ਉਹਨੂੰ ਕਹਿੰਦੇ ਨੇ ਜਿਹਨੂੰ ਲੱਤਾਂ, ਸੇਵਾਦਾਰ ਹੈਗਾ ਸੂਰਜ ਦਾ, ਸਵਾਰਥੀ ਹੈਗਾ ਸੂਰਜ ਦਾ, ਰੱਥ ਤੋਰਨ ਵਾਲਾ, ਪਰ ਇਸ ਨੂੰ ਲੱਤਾਂ ਨਹੀਂ ਮਿਲੀਆਂ ਹਨ ਜੀ। ਅਨਕ ਪਾਤਕ ਹਰਤਾ ਤ੍ਰਿਭਵਨ ਨਾਥਰੀ। ਤੀਰਥ ਤੀਰਥ ਭ੍ਰਮਤਾ ਲਹਿਣਾ ਪਾਰਰੀ। ਪ੍ਰਭੂ ਪਰਮਾਤਮਾ ਜਿਹੜਾ ਨਾ ਉਹ ਬਹੁਤ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ। ਅਣਕ ਪਾਤਕ, ਪਾਤਕ ਕਹਿੰਦੇ ਨੇ ਪਾਪਾਂ ਨੂੰ। ਸਾਡੇ ਪਤਾ ਨਹੀਂ ਕਿੰਨੇ ਕੁ ਪਾਪ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਆਉਂਦੇ ਹਾਂ ਨਾ ਤੇ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਪਾਪ ਨੇ ਜਿਹੜੇ ਇਹ ਨਾਸ਼ ਹੋ ਜਾਂਦੇ ਨੇ, ਪਰ ਇੱਕ ਪਾਪ ਨਹੀਂ ਨਾਸ਼ ਹੋਏਗਾ। ਉਹ ਗੱਲ ਜਿਹੜੀ ਇੱਥੇ ਤੁਸੀਂ ਸਮਝਣੀ ਚਾਹੁੰਦੇ ਹੋ, ਗੁਰੂ ਮਹਾਰਾਜ ਜੀ ਸਮਝਾਣੀ ਚਾਹੁੰਦੇ ਨੇ। ਤੱਤੀ ਤੋਏ ਨਾ ਪੱਲਵੇ। ਜਿਹੜਾ ਕਿਸੇ ਸਾਧੂ ਦਾ, ਰੱਬ ਦਾ, ਗੁਰੂ ਦਾ ਮਾਰਿਆ ਗਿਆ ਹੈ ਨਾ, ਜਿਹਨੂੰ ਗੁਰੂ ਨੇ ਮਾਰ ਦੇ ਦਿੱਤੀ ਹੈ, ਜਿਹਨੂੰ ਰੱਬ ਨੇ, ਹੋ ਸਕਦਾ ਗੁਰੂ ਵੀ ਰਹਿਮ ਦੇ ਲੈ ਬਖਸ਼ ਦੇ, ਗੁਰੂ ਵੀ ਰਹਿਮ ਦੇ ਲੈ ਬਖਸ਼ ਸਕਦਾ, ਪਰ ਸਾਧੂ ਨਹੀਂ ਬਖਸ਼ੇਗਾ। ਸਾਧੂ ਦਾ ਪਾਪ ਨਹੀਂ ਕਿਸੇ ਤੋਂ ਲਏਗਾ। ਅਣਕ ਪਾਤਕ ਹਰਤਾ ਤ੍ਰਿਭਵਨ ਨਾਥ। ਤਿੰਨਾਂ ਲੋਕਾਂ ਦਾ ਮਾਲਕ, ਅਖਵਾਉਣ ਵਾਲਾ ਤੇ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲਾ। ਤੀਰਥ ਤੀਰਥ ਭ੍ਰਮਤਾ। ਅੱਜ ਵੇਖੋ ਤੀਰਥਾਂ ਤੇ ਜਾ ਰਿਹਾ ਕਿ ਮੇਰਾ ਪਾਪ ਲੈ ਜਾਵੇ। ਅੱਜ ਉਹ ਤੀਰਥਾਂ ਤੇ ਧੱਕੇ ਖਾ ਰਿਹਾ, ਤੀਰਥਾਂ ਤੇ ਜਾ ਰਿਹਾ ਕਿ ਮੇਰਾ ਪਾਪ ਕਿਤੇ ਲੈ ਜਾਵੇ। ਇਹ ਕੀ ਪਾਪ ਸੀ, ਇਹ ਵੀ ਥੋੜਾ ਸਮਝ ਲਈਏ। ਅਣਕ ਪਾਤਕ ਹਰਤਾ ਤ੍ਰਿਭਵਨ ਨਾਥ ਰੀ। ਵੇਖੋ ਲੋਕਾਂ ਦੇ ਪਾਪ ਦੂਰ ਕਰਨ ਵਾਲਾ ਸ਼ਿਵ ਜੀ ਭਗਵਾਨ। ਤੀਰਥ ਤੀਰਥ ਭ੍ਰਮਤਾ ਲਹੇ ਨਾ ਪਾਰਰੀ। ਕਿਸੇ ਨੇ ਪਾਰ ਨਹੀਂ ਪਾਇਆ, ਕਿਸੇ ਨੇ ਪਾਰ ਨਹੀਂ ਕੀਤਾ। ਕਿੱਥੋਂ ਨਹੀਂ ਕੀਤਾ? ਬ੍ਰਹਮਾ ਜੀ ਕਥਾ ਕਰ ਰਹੇ ਨੇ।
ਜਦੋਂ ਕਥਾ ਕਰ ਰਹੇ ਨੇ ਤੇ ਇਹਨਾਂ ਦੀ ਆਪਣੀ ਪੁੱਤਰੀ ਹੈ ਜਿਹੜੀ ਇਹ 16 ਸ਼ਿੰਗਾਰ ਧਾਰਨ ਕਰਕੇ ਕਥਾ ਸੁਣਨ ਵਾਸਤੇ ਆ ਗਈ। ਤੇ ਕਥਾ ਚੱਲ ਰਹੀ ਹੈ 16 ਸ਼ਿੰਗਾਰਾਂ ਦੀ। ਤ੍ਰੈ ਕਾਲੇ ਦੋ ਉਜਲੇ ਪਤਲੇ ਪੰਜ ਪ੍ਰਕਾਰ, ਚਾਰ ਜਠਨ ਦੋ ਚਿਕਨੇ 16 ਸ਼ਿੰਗਾਰੇ। 16 ਸ਼ਿੰਗਾਰਾਂ ਦੀ ਕਥਾ ਚੱਲ ਰਹੀ ਹੈ। ਜਦੋਂ 16 ਸ਼ਿੰਗਾਰਾਂ ਦੀ ਕਥਾ ਚੱਲ ਰਹੀ ਹੈ ਤੇ ਨਿਗਾਹ ਮਾਰੀ ਹੈ ਵੀ ਇਸ ਸੰਗਤ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਔਰਤ ਹੈਗੀ ਹੈ ਜਿੰਦੇ ਉੱਤੇ 16 ਸ਼ਿੰਗਾਰ ਢੋਕਦੇ ਹੋਣ ਤੇ ਇਹਦੀ ਆਪਣੀ ਪੁੱਤਰੀ ਦੀ ਢੋਕ ਗਏ ਨੇ। ਵਾਹਿਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ, ਗੁਰੂ ਸੱਚੇ ਸਤਿਗੁਰ ਬਖਸ਼ਣਹਾਰ ਨੇ, ਸੰਗਤ ਬਖਸ਼ਣਹਾਰ ਹੈ, ਆਪਣੀ ਧੀ ਤੇ ਹੀ ਬੇਈਮਾਨ ਹੋ ਗਿਆ। ਅੱਗੇ ਵੇਖਦਾ ਹੈ, ਬੱਚੀ ਨੇ ਵੇਖ ਲਿਆ ਵੀ ਮੇਰੇ ਪਿਤਾ ਦੇ ਅੰਦਰ ਵਕਾਰ ਆ ਗਿਆ, ਉਹ ਵਿਚਾਰੀ ਉੱਠ ਕੇ ਸਾਈਡ ਤੇ ਹੋ ਗਈ ਏ ਤੇ ਦੂਜਾ ਮੂੰਹ ਇੱਧਰ ਕੱਢ ਲਿਆ, ਉਹ ਪਿੱਛੇ ਗਈ ਚਲੀਏ, ਤੀਜਾ ਮੂੰਹ ਪਿੱਛੇ ਕੱਢ ਲਿਆ, ਉਹ ਸੱਜੇ ਪਾਸੇ ਆ ਗਈ ਹੈ, ਚੌਥਾ ਮੂੰਹ ਇੱਧਰ ਕੱਢ ਲਿਆ, ਉਹ ਆਕਾਸ਼ ਨੂੰ ਉੱਡ ਗਈ ਹੈ, ਪੰਜਵਾਂ ਮੂੰਹ ਸਿਰ ਤੇ ਕੱਢ ਲਿਆ ਤੇ ਸ਼ਿਵ ਜੀ ਭਗਵਾਨ ਨੇ ਆਣ ਕੇ ਇਹਦੇ ਮੂੰਹ ਤੇ ਖਿੱਚ ਕੇ ਥੱਪੜ ਮਾਰਿਆ ਜਿਹੜਾ ਪੰਜਵਾਂ ਉੱਪਰ ਨੂੰ ਕੱਢਿਆ ਸੀ। ਕਹਿੰਦਾ ਕੰਜਰਾ ਸ਼ਰਮ ਕਰ, ਤੇਰੀ ਆਪ ਦੀ ਪੁੱਤਰੀ ਏ। ਉਹ ਸਿਰ ਸੀ ਜਿਹੜਾ ਉਹ ਹੱਥ ਨੂੰ ਲੱਗ ਗਿਆ, ਉਹ ਸਿਰ ਸੀ ਜਿਹੜਾ ਉਹ ਹੱਥ ਨੂੰ ਲੱਗ ਗਿਆ। ਹੱਥ ਨੂੰ ਲੱਗਣ ਕਰਕੇ ਹੁਣ ਸ਼ਿਵ ਜੀ ਹੈ ਜਿਹੜਾ ਇਹ ਕਪਾਲ ਨੂੰ ਇਹ ਹੱਥ ਨੂੰ ਲਾਹਣਾ ਚਾਹੁੰਦਾ ਪਰ ਲੱਥਾ ਨਹੀਂ। ਸ਼ਿਵ ਜੀ ਜਿਹੜਾ ਲੋਕਾਂ ਦੇ ਪਾਪ ਦੂਰ ਕਰਨ ਵਾਲਾ ਹੈ, ਤੀਰ ਤੀਰ ਭ੍ਰਮਤਾ ਲਹਿਣਾ ਪਾਰ ਨਹੀਂ, ਬਸ ਉਹ ਕੰਨਿਆ ਦਾ ਜਿਹੜਾ ਸਰਾਪ ਲੱਗ ਗਿਆ ਇਹਨਾਂ ਦੋਵਾਂ ਨੂੰ, ਸ਼ਿਵ ਜੀ ਤੇ ਬ੍ਰਹਮੇ ਨੂੰ, ਉਹ ਨਹੀਂ ਲੱਥਾ ਹੈ ਜੀ। ਕਰਮ ਕਰ ਕਪਾਲ ਪੀਠ ਸ੍ਰੀ, ਤੇ ਉਹ ਕਰਮ ਕੀਤਾ ਸੀ ਕਪਾਲ ਕਹਿੰਦੇ ਨੇ ਸਿਰ ਨੂੰ, ਜੋ ਮੈਂ ਆਪ ਜੀ ਨੂੰ ਸਾਖੀ ਸੁਣਾਈਏ ਸੁਣਾਣੀ ਤਾਂ ਪਈ ਸੀ ਕਿਉਂਕਿ ਕਪਾਲ ਦੀ ਤਾਂ ਸਮਝ ਨਹੀਂ ਆਈ ਕਿ ਵੀ ਸਿਰ ਇਹਦੇ ਹੱਥ ਨੂੰ ਕਿਵੇਂ ਲੱਗ ਗਿਆ, ਤਾਂ ਕਰਕੇ ਮੈਨੂੰ ਇਹ ਗੱਲ ਦੱਸਣੀ ਪਈ ਹੈ। ਵੈਸੇ ਹੈ ਤਾਂ ਨਾ ਜੋਗ ਸੀ ਪਰ ਦੱਸਣੀ ਪਈ ਹੈ। ਕਰਮ ਕਰ ਕਪਾਲ ਪੀਠ ਸ੍ਰੀ, ਵੇਖੋ ਇਹ ਸਿਰ ਜਿਹੜਾ ਹੱਥ ਨੂੰ ਲੱਗ ਗਿਆ ਐਡਾ, ਇਹ ਹੁਣ ਤੀਰਥਾਂ ਤੇ 68 ਤੀਰਥ ਮੰਨੇ ਗਏ ਨੇ, 68 ਤੇ ਜਾਇਆ ਹੈ ਪਰ ਕਿਤੋਂ ਨਹੀਂ ਲੱਥਾ, ਇਹ ਕਲੰਕ ਨਹੀਂ ਧੋਤਾ ਗਿਆ ਹੈ ਜੀ। ਅੰਮ੍ਰਿਤ ਸਸੀ ਅਧੇਨ ਲక్ష్ਮੀ ਕਲਪਤਰ, ਸਿਖਰ ਸੁਨਾਗਰ ਨਦੀ ਚ ਨਾਥਨ। ਤੇ ਹੁਣ ਅੱਗੇ ਦੱਸ ਰਹੇ ਨੇ ਅੰਮ੍ਰਿਤ ਜਿੰਦੇ ਵਿੱਚੋਂ ਅੰਮ੍ਰਿਤ ਨਿਕਲਿਆ, ਸਸੀ ਜਿੰਦੇ ਵਿੱਚੋਂ ਚੰਦ ਨੇ ਜਨਮ ਲਿਆ, ਧੇਨ ਜਿੰਦੇ ਵਿੱਚੋਂ ਧੇਨ ਗਊ ਹੋਈ ਏ, ਲక్ష్ਮੀ ਜਿੰਦੇ ਤੋਂ ਲక్ష్ਮੀ ਨਿਕਲੀ ਏ, ਕਲਪਤਰ ਇੱਕ ਰੁੱਖ ਦਾ ਨਾਂ ਹੈ ਜਿਹਨੂੰ ਇੱਛਾ ਪੁਰਖ ਰੁੱਖ ਵੀ ਆਖਿਆ, ਸਿਖਰ ਸ਼੍ਰੋਮਣੀ, ਸਿਖਰ ਸ਼੍ਰੋਮਣੀ ਸੁਨਾਗਰ, ਇਹਨੂੰ ਤਲੰਤਰ ਕਹਿ ਦਿੰਦੇ ਨੇ। ਸਿਖਰ ਜਿਹੜਾ ਨਾ ਇਹ ਇੱਕ ਹਾਥੀ ਹੈ, ਇਹਦਾ ਨਾਂ ਥੋੜਾ ਜਿਹਾ ਮੈਨੂੰ ਵਿਸਰ ਗਿਆ, ਇੰਦਰ ਦੇਵਤੇ ਨੇ ਇਹ ਲੈ ਲਿਆ ਸੀ, ਇਹਦੀ ਰਾਖੀ ਕਰਦਾ ਸੀ। ਗੁਰੂ ਕਿਰਪਾ ਕਰੇਗਾ ਜੇ ਯਾਦ ਆ ਗਿਆ ਤੇ ਜ਼ਰੂਰ ਨਾਂ ਦੱਸਾਂਗਾ ਇਹਦਾ। ਅੰਮ੍ਰਿਤ ਵੀ ਜਿੰਦੇ ਚੋਂ ਨਿਕਲਿਆ, ਚੰਦ ਵੀ ਨਿਕਲਿਆ, ਧੇਨ ਗਾਂ ਵੀ ਨਿਕਲੀ ਹੈ ਜਿਹਨੂੰ ਕਲਪ ਆਖਿਆ ਗਿਆ, ਜਿਹਨੂੰ ਕਾਮ ਧੇਨੂ ਗਾਉ ਆਖਿਆ ਗਿਆ, ਲక్ష్ਮੀ ਵੀ ਜਿੰਦੇ ਚੋਂ ਨਿਕਲੀ ਹੈ, ਕਲਪਤਰ ਰੁੱਖ ਵੀ ਜਿੰਦੇ ਤੋਂ ਇੱਛਾ ਪੁਰਖ ਰੁੱਖ ਨਿਕਲਿਆ, ਸਿਖਰ ਇਹ ਤਰਾਵਰ ਹਾਥੀ ਵੀ ਜਿੰਦੇ ਚੋਂ ਨਿਕਲਿਆ, ਸੁਨਾਗਰ ਧਰੰਤਰ ਵੇਦ ਨੇ ਵੀ ਜਿੰਦੇ ਚੋਂ ਜਨਮ ਲਿਆ, ਨਦੀ ਚ ਨਾਥਕ, ਤੇ ਵੇਖੋ ਸਾਰੀਆਂ ਨਦੀ ਦਾ ਜੋ ਪਤੀ ਅਖਵਾਉਂਦਾ ਹੈ ਰੀ। ਕਰਮ ਕਰ ਖਾਰਮ ਪੀਠ ਸ੍ਰੀ, ਤੇ ਉਹਨੇ ਕੀ ਕਰਮ ਕੀਤਾ ਜਿੰਦੇ ਕਰਕੇ ਅੱਜ ਖਾਰਾ ਹੋਇਆ ਬੈਠਾ। ਇਸ ਤਰ੍ਹਾਂ ਦਾ ਕੀ ਮਾੜਾ ਕਰਮ ਹੋ ਗਿਆ, ਇਹ ਕੋੜੇ ਪਾਣੀ ਨੂੰ ਖਾਰਾ ਹੋਣਾ, ਜਾਲਾ ਪੈਣਾ। ਕਰਮ ਕਰ ਖਾਰਮ ਪੀਠ ਸ੍ਰੀ, ਕਿਹੜਾ ਕਰਮ ਹੋ ਗਿਆ ਜਿੰਦੇ ਕਰਕੇ ਇਹ ਸਮੁੰਦਰ ਹੈ ਜਿਹੜਾ ਇਹ ਖਾਰਾ ਹੋ ਗਿਆ। ਤੇ ਇਹਨਾਂ ਦੋ ਪ੍ਰਸੰਗ ਨੇ, ਉਹਨਾਂ ਦੋਵਾਂ ਚੋਂ ਮੈਂ ਇੱਕ ਸੁਣਾਵਾਂਗਾ। ਜੇ ਕਿਸੇ ਨੂੰ ਦੂਜੇ ਦਾ ਪਤਾ ਹੋਵੇ ਤੇ ਕਿੰਤੂ ਪਰੰਤੂ ਨਾ ਕਰਿਓ, ਕਿਉਂਕਿ ਉਧਰ ਸਮੇਂ ਦਾ ਵੀ ਥੋੜਾ ਜਿਹਾ ਧਿਆਨ ਰੱਖਣਾ। ਰਿਸ਼ੀ ਸਨ, ਉਹ ਇਹਦੇ ਵਿੱਚ ਇਸ਼ਨਾਨ ਕਰਕੇ ਇਹਦੇ ਕੰਢੇ ਤੇ ਬੈਠ ਕੇ ਭਜਨ ਬੰਦਗੀ ਕਰਿਆ ਕਰਦੇ ਸਨ। ਰਿਸ਼ੀ ਮੁਨੀ ਸਾਗਰ ਦੇ ਕੰਢੇ ਤੇ, ਸਮੁੰਦਰ ਦੇ ਕੰਢੇ ਤੇ ਬੈਠ ਕੇ ਭਜਨ ਬੰਦਗੀ ਕਰਿਆ ਕਰਦੇ ਸਨ, ਸਿਮਰਨ ਕਰਿਆ ਕਰਦੇ ਸਨ। ਤੇ ਇਹਨਾਂ ਦੀ ਸੰਖਿਆ ਕਾਫੀ ਵੱਧ ਗਈ ਸੀ, ਭਜਨ ਬੰਦਗੀ ਸਿਮਰਨ ਕਰਨ ਵਾਲਿਆਂ ਦੀ। ਭਲਾ ਜ਼ਮਾਨਾ ਸੀ, ਸਤਯੁਗ ਦਾ ਸਮਾਂ ਸੀ। ਸਮੁੰਦਰ ਨੂੰ ਹੰਕਾਰ ਹੋ ਗਿਆ ਵੀ ਸਵੇਰੇ ਉੱਠਦੇ ਨੇ ਮੈਨੂੰ ਸੁੱਤੇ ਨੂੰ ਡਿਸਟਰਬ ਕਰਦੇ ਨੇ, ਤੇ ਕਿਉਂ ਨਾ ਇਹਨਾਂ ਸਾਰਿਆਂ ਨੂੰ ਮੈਂ ਆਪਣੇ ਵਿੱਚ ਹੀ ਡੋਬ ਲਵਾਂ। ਇਸ ਹੰਕਾਰ ਕਰਕੇ ਇਹਨੇ ਕੀ ਕੀਤਾ, ਆਪਣੇ ਜਿਹੜੀ ਮਰਿਆਦਾ ਸੀ ਉਹਨੂੰ ਭੰਗ ਕਰਕੇ ਤੇ ਉਛਾਲ ਆ ਗਿਆ। ਜਿਵੇਂ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਫਲੱਡ ਆ ਗਿਆ, ਇਹਦੇ ਵਿੱਚ ਉਛਾਲ ਆ ਗਿਆ, ਫਲੱਡ ਆ ਗਿਆ। ਕੁਝ ਰਿਸ਼ੀ ਤਾਂ ਮਰ ਗਏ, ਕੁਝ ਗੋਤੇ ਖਾ ਕੇ ਨਿਕਲ ਗਏ, ਤੇ ਕੁਝ ਨੇ ਜਿਹੜੇ ਉੱਥੋਂ ਤੱਕ ਇਹਦੇ ਤੋਂ ਪਹੁੰਚਿਆ ਨਹੀਂ ਗਿਆ। ਜਿਹੜਾ ਮਹਾਂ ਰਿਸ਼ੀ ਸੀ, ਇਹਨਾਂ ਸਾਰਿਆਂ ਰਿਸ਼ੀਆਂ ਦਾ ਗੁਰੂ ਸੀ, ਉੱਥੋਂ ਤੱਕ ਇਹਦੇ ਤੋਂ ਪਹੁੰਚੇ ਨਹੀਂ ਗਿਆ, ਉਹਨੇ ਰਾਹ ਚੋਂ ਹੀ ਮੋੜ ਦਿੱਤਾ ਸੀ।
ਕਹਿੰਦਾ ਬਸ ਤੇਰੇ 'ਚ ਇੰਨੀ ਕੋਈ ਸੀ ਹਿੰਮਤ ਜਿੰਨਾ ਕੁ ਤੂੰ ਕੁਕਰਮ ਕਰ ਲਿਆ। ਉਹਨੇ ਫਿਰ ਕਹਿੰਦੇ ਨੇ ਇਹਨੂੰ 2.5 ਚੁਲੀਆਂ ਦੇ ਵਿੱਚ ਪੀ ਲਿਆ। ਜਦੋਂ 2.5 ਚੁਲੀਆਂ ਦੇ ਵਿੱਚ ਪੀ ਲਿਆ ਤੇ ਫਿਰ ਜਿਹੜੇ ਵਿੱਚ ਜੀਵ ਸਨ 42 ਲੱਖ ਜੀਅ, ਉਹਨੇ ਜਿਹੜੇ 42 ਲੱਖ ਜੀਅ ਸਨ ਇਹਦੇ ਵਿੱਚ, ਉਹ ਸਾਰੇ ਵਿਚਾਰੇ ਪਾਣੀ ਤੋਂ ਬਿਨਾਂ ਤੜਫਣ ਲੱਗੇ। ਤੇ ਫਿਰ ਉਹਨੇ ਸਰੀਰਕ ਕਿਰਿਆ ਕੀਤੀ ਜਿਹਨੂੰ ਅਸੀਂ ਬਾਥਰੂਮ ਆਖ ਦਿੰਦੇ ਆ, ਜਿਸ ਕਰਕੇ ਉਸ ਦਿਨ ਤੋਂ ਇਹ ਖਾਰਾ ਹੈ। ਇਹ ਕਰਮ ਕਰਕੇ ਇਹਨੂੰ ਇਹ ਖਾਰਾਪਨ ਲੱਗਿਆ, ਜਿੰਦੇ ਵਿੱਚੋਂ 14 ਰਤਨ ਨਿਕਲੇ ਨੇ। ਉਹ ਵੀ ਅੱਜ ਕੁਕਰਮ ਕਰਨ ਕਰਕੇ ਖਾਰੇਪਨ ਦਾ ਭਾਗੀ ਇਹ ਦੁੱਖ ਭੇਗ ਰਿਹਾ। ਮਫੀਟ ਸਰੀ ਇਹ ਨਹੀਂ ਮਿਟੇਗਾ ਨਾ। ਹਾਂਜੀ। ਦਾਦੀ ਨੇ ਲੰਕਾ ਗੜ ਉਪਾੜੀ ਲੈ ਰਾਵਣ ਬਨ ਸਲ ਬਿਸਲ ਆਨ ਤੋਖੀ ਲੈ ਹਰੀ। ਦਾਦੀ ਲੈ ਸਾੜ ਦਿੱਤੀ ਲੰਕਾ ਗੜ, ਲੰਕਾ ਦਾ ਕਿਲਾ। ਹੁਣ ਲੰਕਾ ਦਾ ਕਿਲਾ ਕਿੰਨੇ ਸਾੜਿਆ ਸੀ? ਵਾਹਿਗੁਰੂ ਜੀ, ਹਨੂਮਾਨ ਨੇ। ਦਾਦੀ ਲੈ ਲੰਕਾ ਗੜ, ਜਿਨੇ ਲੰਕਾ ਦਾ ਕਿਲਾ ਸਾੜ ਦਿੱਤਾ। ਉਪਾੜੀ ਲੈ ਰਾਵਣ ਬਨ, ਤੇ ਜਿਨੇ ਰਾਵਣ ਦੇ ਬਾਗ ਨੂੰ ਉਜਾੜ ਦਿੱਤਾ। ਸਲ ਬਿਸਲ, ਪੱਥਰ ਤੇ ਉੱਗਣ ਵਾਲੀ ਬੂਟੀ ਜਿਹਨੂੰ ਸੰਜੀਵਨੀ ਬੂਟੀ ਆਖਿਆ ਜਾਂਦਾ ਹੈ। ਆਣ ਤੋਖੀ ਲੈ ਹਰੀ, ਤੇ ਉਹ ਲਿਆ ਕੇ ਸ੍ਰੀ ਰਾਮਚੰਦਰ ਦੇ ਪੇਸ਼ ਕਰਕੇ ਉਹਦੇ ਤੋਂ ਖੁਸ਼ੀਆਂ ਲਈਆਂ। ਇਹਨੂੰ ਕਲੰਕ ਕੀ ਲੱਗਿਆ? ਇਹ ਪਿਛਲੇ ਜਨਮ ਦੇ ਵਿੱਚ ਕੱਪੜ ਚੋਰ ਸੀ, ਮਨੁੱਖਾ ਸਰੀਰ ਸੀ ਇਹਦੇ ਕੋਲੇ। ਮਨੁੱਖਾ ਸਰੀਰ ਦੇ ਵਿੱਚ ਇਹ ਕੱਪੜ ਚੋਰ ਸੀ। ਇਹ ਜਦੋਂ ਕੋਈ ਗੰਗਾ ਤੇ ਜਾਂ ਕਿਸੇ ਹੋਰ ਤੀਰਥ ਤੇ ਇਸ਼ਨਾਨ ਕਰਦਾ ਨਾ, ਉਹਦੇ ਕੱਪੜੇ ਚੁੱਕ ਕੇ ਭੱਜ ਜਾਂਦਾ। ਜੁੱਤੀ, ਕੱਪੜੇ, ਸਾਰਾ ਕੁਝ ਚੁੱਕ ਕੇ ਭੱਜ ਜਾਂਦਾ। ਹੁਣ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਇੱਕ ਦਿਨ ਇੱਕ ਕੋਈ ਸਾਧੂ ਸੰਤ ਸੀ ਤੇ ਉਹਦੇ ਵੀ ਕੱਪੜੇ ਚੁੱਕ ਕੇ ਇਹ ਹਨੂਮਾਨ ਪਿਛਲੇ ਆਪਣੇ ਜਨਮ ਦੇ ਵਿੱਚ ਜਦੋਂ ਭੱਜ ਗਿਆ ਤੇ ਉਹਨੇ ਸਰਾਪ ਦੇ ਦਿੱਤਾ। ਉਹਨੇ ਕਿਹਾ ਚੰਗਾ, ਫਿਰ ਕੱਪੜੇ ਚੁੱਕ ਕੇ ਤਾਂ ਮਿੱਤਰਾ ਭੱਜ ਗਿਆ, ਤੈਨੂੰ ਪਾਣੇ ਨਹੀਂ ਮਿਲਣਗੇ ਕਿਸੇ ਜਨਮ ਦੇ ਵਿੱਚ ਵੀ, ਤੇ ਤੂੰ ਬਾਂਦਰ ਦਾ ਬਾਂਦਰ ਹੀ ਰਹੇਗਾ। ਮਨੁੱਖਾ ਸਰੀਰ ਸੀ, ਚੋਰ ਕਰਦਾ ਸੀ, ਕੱਪੜੇ ਚੁੱਕ ਲੈਂਦਾ ਸੀ, ਕੱਪੜੇ ਚੁਰਾ ਕੇ ਭੱਜ ਜਾਂਦਾ ਸੀ। ਕਿਸੇ ਦਿਨ ਕਿਸੇ ਪੂਰਨ ਸਾਧੂ ਦੇ ਇਹਨੇ ਚੋਰੀ ਕਰ ਲਈ। ਜਦੋਂ ਪੂਰਨ ਸਾਧੂ ਦੀ ਚੋਰੀ ਕੀਤੀ, ਉਹਦੇ ਮੁਖ ਚੋਂ ਸੁਦੇ ਸਿੱਧ ਨਿਕਲ ਗਿਆ, ਚੰਗਾ ਭਾਈ ਤੂੰ ਹੁਣ ਬਾਂਦਰ ਦਾ ਬਾਂਦਰ ਹੀ ਰਹੇਗਾ, ਬਾਂਦਰ ਵਾਲਾ ਕੰਮ ਕੀਤਾ ਹੈ ਤੇ ਤੈਨੂੰ ਇਹ ਪਾਣੇ ਨਸੀਬ ਨਹੀਂ ਹੋਣਗੇ। ਤੇ ਹੁਣ ਸਾਧੂ ਦੇ ਵਚਨ ਦੇ ਨਾਲ, ਸਾਧੂ ਦੇ ਦਰਸ਼ਨਾਂ ਦੇ ਨਾਲ ਬਾਂਦਰ ਵਰਗੀ ਸ਼ਕਲ ਲੈ ਕੇ ਆਇਆ ਏ ਤੇ ਬਿਨਾਂ ਲੰਗੋਟੀ ਤੋਂ ਇਹਨੂੰ ਮਿਲਿਆ। ਕੁਝ ਦੀ ਪਾ ਨਹੀਂ ਸੀ ਸਕਦਾ। ਜਦੋਂ ਵਸਤਰ ਪਾ ਲੈਂਦਾ ਸੀ ਇਹ ਸੜਨ ਲੱਗ ਜਾਂਦਾ ਸੀ, ਇਹਨੂੰ ਅੱਗ ਲੱਗ ਜਾਂਦੀ ਸੀ, ਸਾਰੇ ਨਹੀਂ ਸਮਝਾਉਂਦੇ। ਇਤਨੀ ਸ਼ਕਤੀ ਰੱਖਣ ਵਾਲਾ ਦਾਦੀ ਲੈ ਲੰਕਾ ਗੜ, ਜਿੰਦੇ ਰਾਵਣ ਦਾ ਕਿਲਾ ਸਾੜ ਦਿੱਤਾ। ਉਪਾੜੀ ਲੈ ਰਾਵਣ ਬਣ, ਤੇ ਰਾਵਣ ਦਾ ਜਿਹੜਾ ਬਾਗ ਸੀ ਉਹ ਪੱਟ ਦਿੱਤਾ, ਉਜਾੜ ਦਿੱਤਾ। ਸਲ ਬਿਸਲ ਆਣ ਤੋਖੀ ਲੈ ਹਰੀ, ਸੰਜੀਵਨੀ ਬੂਟੀ ਲੈਣ ਗਿਆ ਸੀ ਜੋ ਪੱਥਰ ਤੇ ਉਗਦੀ ਏ। ਉਹ ਇਹ ਵੀ ਇੱਕ ਪ੍ਰਸੰਗ ਏ। ਜਦੋਂ ਗਿਆ ਤੇ ਪਤਾ ਲੱਗਿਆ ਨਾ ਰਾਵਣ ਨੂੰ ਵੀ ਜਿਹੜਾ ਲక్ష్మణ ਨੇ ਮੁਰਸ਼ਿਦ ਹੋ ਗਿਆ ਤੇ ਉਹਨੇ ਆਪਣੇ ਇੱਕ ਦਾਸ ਨੂੰ ਭੇਜਿਆ, ਉਹਦੇ ਵਿੱਚ ਸਮਰੱਥਾ ਸੀ। ਉਹਨੇ ਕਿਹਾ ਤੂੰ ਸਾਰੀਆਂ ਬੂਟੀਆਂ ਉਹਦੇ ਵਰਗੀ ਸ਼ਕਲ ਦੀਆਂ ਬਣਾ ਲਈ। ਹੁਣ ਇਹਨੂੰ ਪਰਖਣ ਆਈ, ਜਿਹੜੀ ਨਿਸ਼ਾਨੀ ਰਾਮਚੰਦਰ ਨੇ ਦੱਸੀ ਸੀ ਵੀ ਇਸ ਤਰ੍ਹਾਂ ਦੀ ਹੋਏਗੀ, ਸਾਰੀਆਂ ਉਸੇ ਤਰ੍ਹਾਂ ਦੀਆਂ ਹੋ ਗਈਆਂ। ਇਹਨੇ ਫਿਰ ਪਹਾੜ ਹੀ ਚੱਕ ਲਿਆ ਸੀ। ਸਾਲ ਬਿਸਾਲ ਆਣੇ ਤੋਖੀ ਲੈ ਹਰੀ, ਤੇ ਇਸ ਤਰ੍ਹਾਂ ਰਾਮਚੰਦਰ ਨੂੰ ਖੁਸ਼ ਤਾਂ ਇਹਨੇ ਕਰ ਲਿਆ। ਪਰ ਰਾਮਚੰਦਰ ਤੋਂ ਜਦੋਂ ਕਹਿਣ ਲੱਗਾ ਨਾ ਹੁਣ ਕੱਪੜੇ ਮਿਲ ਜਾਣ, ਮੈਨੂੰ ਕਹਿੰਦਾ ਨਾ ਇਹ ਨਹੀਂ ਮਿਲਣਗੇ। ਕਰਮ ਕਰ ਕਸ਼ੌਟੀ ਮਫੀਟ ਸਰੀ, ਤੈਨੂੰ ਕੱਲੀ ਕਸੌਟੀ ਮਿਲੇਗੀ। ਕਸ਼ੌਟੀ ਦਾ ਅਰਥ ਹੁੰਦਾ ਕੱਛੀ, ਨਿੱਕਰ। ਕਸ਼ੌਟੀ ਦਾ ਅਰਥ ਲੰਗੋਟੀਆ ਕਰ ਲਓ, ਭਾਵ ਤੇੜ ਪਹਿਨਣ ਵਾਲਾ ਕੁਝ ਵੀ ਹੈ, ਕੁਝ ਵੀ ਆਖ ਲਓ। ਅੱਜ ਕੱਲ ਬੜੀਆਂ ਬੋਲੀਆਂ ਨੇ। ਕਰਮ ਕਰ ਕਸ਼ੌਟੀ ਮਫੀਟ ਸਰੀ, ਤੇਰਾ ਇਹ ਕਰਮ ਨਹੀਂ ਮਿਟੇਗਾ, ਤੈਨੂੰ ਕੱਲੀ ਲੰਗੋਟੀ ਮਿਲੇਗੀ। ਉਹ ਵੀ ਇਸ ਵਾਸਤੇ ਕਿ ਸੰਸਾਰ ਦੀ ਜਿਹੜੀ ਮਰਿਆਦਾ ਹੈ ਨਾ ਉਹ ਨਾ ਭੰਗ ਹੋਵੇ, ਨਹੀਂ ਤਾਂ ਭਾਈ ਤੈਨੂੰ ਇਹ ਵੀ ਨਹੀਂ ਮਿਲਣਾ ਹੈ ਜੀ। ਪੂਰਬਲੋ ਕਿਰਤ ਕਰਮ ਨਾ ਮਿਟੈਰੀ, ਕਰ ਗੇਹਨ ਤਾਚੇ ਮੋਹੇ ਜਾਪੀ ਅਲੇ ਰਾਮ ਚੇ ਨਾਮੰ। ਪੂਰਬਲੋ ਕਿਰਤ ਕਰਮ, ਜਿਹੜਾ ਪਿੱਛੇ ਕਿਰੇਮਾਨ ਕਰਮ ਕੀਤਾ ਹੈ ਨਾ, ਉਹ ਸਾਡਾ ਹੁਣ ਪ੍ਰਾਰਬਧ ਬਣ ਗਿਆ, ਸਾਨੂੰ ਭੋਗਣਾ ਪੈਣਾ ਹੈ। ਪੂਰਬਲੋ ਕਿਰਤ ਕਰਮ, ਜਿਹੜਾ ਪਿੱਛੇ ਕੀਤਾ ਹੋਇਆ ਕਿਰੇਮਾਨ ਕਿਰਤ ਕੀਤਾ ਹੋਇਆ ਕਰਮ, ਜਿਹੜਾ ਪਿਛਲੇ ਜਨਮ ਦੇ ਵਿੱਚ ਉਹ ਸਾਨੂੰ ਭੋਗਣਾ ਪੈਣਾ। ਉਹ ਨਹੀਂ ਬਿਟੇ ਘਰ ਗੇਹਨ, ਘਰ ਗੇਹਨ ਕਹਿੰਦੇ ਨੇ ਘਰ ਵਾਲੀ ਨੂੰ, ਹੈ ਮੇਰੀ ਘਰ ਵਾਲੀ, ਇਹ ਕਰਮ ਹੈ ਜਿਹੜਾ ਇਹ ਤੈਨੂੰ ਭੋਗਣਾ ਪੈਣਾ। ਤਾਚੇ ਮੋਹੇ ਜਾਪੀ ਲੈ ਰਾਮ ਚੇ ਨਾਮੰ, ਇਸ ਕਰਕੇ ਤਾਂ ਮੈਂ ਵਾਹਿਗੁਰੂ ਪਰਮਾਤਮਾ ਸੱਚੇ ਸਤਿਗੁਰ ਦਾ ਨਾਮ ਜਪਦਾ ਕਿ ਮੇਰੇ ਇਸ ਜਨਮ ਦੇ ਵਿੱਚ ਪ੍ਰਾਰਬਧ ਨਾ ਬਣੇ ਕੋਈ।
ਮੇਰੇ ਇਸ ਜਨਮ ਦੇ ਵਿੱਚ ਕੋਈ ਪ੍ਰਾਰਬਧ ਨਾ ਬਣੇ ਜਿੰਦੇ ਕਰਕੇ ਮੈਨੂੰ ਹੋਰ ਸਰੀਰ ਧਾਰਨਾ ਪਵੇ, ਤੇ ਨਾਮ ਜਪਣ ਕਰਕੇ ਮੇਰੇ ਜਿਹੜੇ ਕਿਰੇਮਾਨ ਨੇ ਇਹ ਵੀ ਧੋਤੇ ਜਾਣ, ਤੇ ਜਿਹੜੇ ਸੰਚਿਤ ਨੇ ਉਹ ਵੀ ਨਾਸ ਹੋ ਜਾਣ। ਤਾਂ ਕਰਕੇ ਜਿਹੜੇ 5 ਪੁੱਤਰ ਮਰ ਗਏ ਨੇ ਨਾ, ਤੂੰ ਉਹਨਾਂ ਦੀ ਵਿਚਾਰ ਨਾ ਕਰ, ਕਿਤੇ ਆਪਣਾ ਉਹ ਪ੍ਰਾਰਬਧ ਨਾ ਬਣ ਜੇ ਤੇ ਆਪਾਂ ਨੂੰ ਦੁਬਾਰਾ ਨਾ ਆਉਣਾ ਪੈ ਜਾਵੇ। ਪੁਰਬਲੋ ਕ੍ਰਿਤ ਕਰਮ ਨਾ ਮਿਟੇਰੀ ਘਰ ਗਹਿਨ, ਇਹ ਮੇਰੀ ਘਰ ਵਾਲੀ ਇਧਰਲੇ ਪਾਸੇ ਨਾ ਜਾ ਤੂੰ। ਇਹ ਜਿਹੜੇ ਪਿਛਲੇ ਜਨਮ ਦੇ ਕੀਤੇ ਹੋਏ ਵਰ ਸਰਾਪ ਵਾਲੇ ਆਪਣੇ ਪੁੱਠੇ ਚੰਗੇ ਮਾੜੇ ਕਰਮ ਨੇ ਨਾ, ਕਈ ਵਾਰੀ ਸਾਡੇ ਘਰੇ ਕੋਈ ਫਕੀਰ ਆ ਜਾਂਦਾ ਹੈ ਤੇ ਅਸੀਂ ਉਹਦੀ ਦੁਰਦਸ਼ਾ ਜੀ ਵੇਖ ਕੇ ਕਹਿੰਦੇ ਨੇ ਭਾਜਾ ਬਾਬਾ ਇੱਥੇ ਕੁਝ ਨਹੀਂ, ਤੇ ਫਿਰ ਦਰਗਾਹ ਤੋਂ ਕੀ ਹੁੰਦਾ, ਚੰਗਾ ਭਾਈ ਸਾਡੇ ਕੋਲ ਵੀ ਕੁਝ ਨਹੀਂ, ਤੂੰ ਵੀ ਭੱਜ ਜਾਓ ਨਾ। ਫਿਰ ਅਸੀਂ ਅਰਦਾਸਾਂ ਕਰਦੇ ਹਾਂ ਤੇ ਕੋਈ ਅਰਦਾਸ ਨਹੀਂ ਪੂਰੀ ਹੁੰਦੀ। ਕਿਉਂ ਨਹੀਂ ਪੂਰੀ ਹੁੰਦੀ? ਅਸੀਂ ਰੱਬ ਦੇ ਰੂਪ ਨੂੰ ਭਜਾਇਆ ਤੇ ਉਹਦੇ ਮੂੰਹ ਚੋਂ ਨਿਕਲਦਾ ਚੰਗਾ ਭਾਈ ਠੀਕ ਆ, ਐਵੇਂ ਹੋਵੇ ਜਿਵੇਂ ਤੂੰ ਮੈਨੂੰ ਆਖਿਆ ਨਾ, ਤੇਰੇ ਨਾਲ ਵੀ ਐਵੇਂ ਹੋਏ। ਇੱਕ ਹੋਰ ਸਾਖੀ ਏ, ਇੱਕ ਕੋਈ ਸੰਤ ਮਹਾਤਮਾ ਸੀ, ਉਹਨੇ ਆਪਣੀ ਸਾਰੀ ਉਮਰ ਜੰਗਲ ਦੇ ਵਿੱਚ ਗੁਜ਼ਾਰ ਦਿੱਤੀ ਸੀ। ਅਖੀਰ ਸਮੇਂ ਇੱਕ ਮਨ ਦੇ ਵਿੱਚ ਖਿਆਲ ਆ ਗਿਆ ਵੀ ਚਲੋ ਹੁਣ ਭਜਨ ਬੰਦਗੀ ਕਰ ਲਈਏ ਤੇ ਸ਼ਹਿਰ ਦੀ ਰੌਣਕ ਮੇਲਾ ਨਾ ਵੇਖ ਕੇ ਆਈਏ। ਸ਼ਹਿਰ ਵਾਲੇ ਪਾਸੇ ਨੂੰ ਤੁਰ ਪਿਆ ਤੇ ਸ਼ਹਿਰ ਤੋਂ ਥੋੜੀ ਬਾਹਰ ਇੱਕ ਫੈਕਟਰੀ ਹੈ ਤੇ ਉਹਨੂੰ ਕਹਿੰਦਾ ਮੈਂ ਇਹਨੂੰ ਵੇਖਣਾ ਅੰਦਰੋਂ। ਉਹ ਕਹਿੰਦਾ ਚੱਲ ਚੱਲ ਬੂਬਣਿਆ, ਇੱਥੇ ਤੇਰੇ ਵੇਖਣ ਵਾਲਾ ਕੁਝ ਨਹੀਂ। ਕਹਿੰਦਾ ਚੰਗਾ ਫਿਰ ਇਹ ਸੜ ਜੇ ਨੂੰ ਅੱਗ ਲੱਗ ਜੇ, ਤੇ ਉਹ ਮੱਚ ਗਈ ਸੀ, ਸੜ ਗਈ ਸੀ। ਸੋ ਇੱਥੇ ਭਗਤ ਤਰਲੋਚਨ ਜੀ ਆਖਦੇ ਨੇ ਪੁਰਬਲੋ ਕ੍ਰਿਤ ਕਰਮ ਨਾ ਮਿਟੇਰੀ, ਜਿਹੜਾ ਪਿਛਲਾ ਕੀਤਾ ਹੋਇਆ ਕਰਮ ਹੈ ਉਹ ਨਹੀਂ ਮਿਟੇਗਾ। ਘਰ ਗਹਿਣ ਹੈ ਮੇਰੀ ਧਰਮ ਪਤਨੀ, ਤਾਚੇ ਮੋਈ ਜਾਪੀ ਲੈ ਰਾਮ ਚੇ ਨਾਮ। ਇਸ ਵਾਸਤੇ ਮੈਂ ਕੁਝ ਨਹੀਂ ਕਿਸੇ ਨੂੰ ਆਖਦਾ, ਕੁਝ ਨਹੀਂ ਕਿਸੇ ਤੋਂ ਲੈਂਦਾ ਦਿੰਦਾ, ਜੋ ਹੋ ਰਿਹਾ ਹੋ ਵੀ ਜਾਵੇ ਤੇ ਪ੍ਰਭੂ ਪਰਮਾਤਮਾ ਦਾ ਨਾਮ ਜਪੀ ਜਾ ਰਿਹਾ, ਤਾਂ ਕਿ ਮੇਰੇ ਪ੍ਰਾਰਬਧ ਨਾ ਬਣਨ ਤੇ ਮੈਨੂੰ ਦੁਬਾਰੇ ਦੁਨੀਆ ਤੇ ਨਾ ਆਉਣਾ ਪਵੇ ਜੀ। ਬਦਤ ਤਰਲੋਚਨ ਰਾਮ ਜੀ। ਹੁਣ ਇਸ ਤੁਕ ਦੇ ਵਿੱਚ ਉਸ ਵਾਹਿਗੁਰੂ ਦੇ ਅੱਗੇ ਭਗਤ ਤਰਲੋਚਨ ਜੀ ਨੇ ਆਪਣੀ ਪਤਨੀ ਦੇ ਵੱਲੋਂ ਅਰਦਾਸ ਬੇਨਤੀ ਕੀਤੀ, ਹੇ ਸੱਚੇ ਸਤਿਗੁਰੂ ਜੀ, ਜੋ ਨਿੰਦਿਆ ਵਾਲੇ ਸ਼ਬਦ ਇਹਦੇ ਮੂੰਹ ਚੋਂ ਨਿਕਲ ਗਏ ਨੇ ਨਾ ਵੀ ਰੱਬ ਨੇ ਸਾਡਾ ਬੜਾ ਮਾੜਾ ਕੀਤਾ ਹੈ, ਅਸੀਂ ਆਖ ਦਿੰਦੇ ਆ ਨਾ, ਇਹ ਤੂੰ ਬਖਸ਼ ਨਾ ਕਰ। ਬਦਤ ਬੰਧਨਾ ਕਰਦਾ ਵਾਂ, ਇਹ ਬੰਧਨਾ ਕਰਦਾ ਵੀ ਮੇਰੀ ਇਹ ਧਰਮ ਪਤਨੀ ਹੈ, ਮੇਰੇ ਨਾਲ ਇਹਦਾ ਸੰਬੰਧ ਸੰਯੋਗ ਬਣਿਆ ਹੈ, ਤੇ ਤੂੰ ਕਿਰਪਾ ਕਰੀ ਮੇਰੇ ਨਾਲ ਇਹਦਾ ਵੀ ਪਾਰ ਉਦਾਰਾ ਹੋ ਜਾਵੇ ਜੀ। ਸ੍ਰੀ ਸੈਨ ਧੂਪ ਦੀਪ ਕ੍ਰਿਤ ਸਾਜ ਆਰਤੀ। ਇਹ ਸ਼ਬਦ ਭਗਤ ਸੈਨ ਜੀ ਦਾ, ਕਿਉਂਕਿ ਜਿਹੜਾ ਸਿਰਲੇਖ ਸੀ ਬਾਣੀ ਭਗਤਾਂ ਕੀ, ਇਹ ਵੱਖ-ਵੱਖ ਭਗਤਾਂ ਦੀ ਬਾਣੀ ਹੈ। ਇਹਦੇ 'ਚ 4 ਭਗਤਾਂ ਦੇ ਸ਼ਬਦ ਨੇ। ਪਹਿਲਾ ਭਗਤ ਸੀ ਤਰਲੋਚਨ ਜੀ, ਉਹਦਾ ਸ਼ਬਦ 6 ਪੌੜੀਆਂ ਦਾ ਸੀ। ਹੁਣ ਸ੍ਰੀ ਸੈਨ ਜੀ ਧੂਪ ਦੀਪ ਕ੍ਰਿਤ ਸਾਜ ਆਰਤੀ। ਭਗਤ ਜੀ ਵੀ ਸਾਨੂੰ ਮੂਰਤੀ ਪੂਰਾ ਤੋਂ ਦੂਰ ਕਰਦੇ ਨੇ। ਜਿਤਨੇ ਵੀ ਆਰਤੀ ਦੇ ਸ਼ਬਦ ਨੇ ਉਹਨਾਂ ਵਿੱਚ ਇਹੀ ਦੱਸਿਆ ਗਿਆ ਹੈ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਜਿਹੜੇ ਦੀਵੇ ਜਗਾ ਕੇ ਆਰਤੀ ਕਰਨੀ ਇਹਦਾ ਕੋਈ ਫਾਇਦਾ ਨਹੀਂ। ਇਹ ਨਖਿੱਧ ਕਰਮ, ਇਹਨੂੰ ਨਖਿੱਧ ਕਰਮ ਆਖਿਆ ਗਿਆ ਹੈ। ਧੂਪ ਦੀਪ ਕ੍ਰਿਤ ਸਾਜ ਆਰਤੀ, ਧੂਪ ਤਕਾਉਣੀ, ਦੀਵੇ ਜਗਾਉਣੇ, ਘਿਓ ਪਾਣਾ, ਸਾਜ ਆਰਤੀ, ਇਸ ਤਰ੍ਹਾਂ ਜੋ ਆਰਤੀਆਂ ਕਰਨੀਆਂ ਹਨ ਜੀ। ਵਾਰਨੇ ਜਾਉ ਕਮਲਾਪਤੀ। ਇਹ ਮੇਰੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੇ ਤੋਂ ਵਾਰਨੇ ਬਲਿਹਾਰਨੇ ਜਾਂਦਾ। ਭਾਵ ਮੇਰਾ ਧੂਪ ਵੀ ਤਖਾਣਾ ਇਹ ਹੈ, ਦੀਵਾ ਵੀ ਜਗਾਣਾ ਇਹ ਹੈ, ਘਿਓ ਵੀ ਪਾਣਾ ਸਾੜਨਾ ਜਿਹੜਾ ਅੱਗ ਚੋਂ, ਇਹ ਸਾਜ ਆਰਤੀ ਮੇਰਾ ਜੋ ਆਰਤੀ ਨੂੰ ਸਾਜਣਾ ਉਹ ਇਹ ਹੀ ਕਿ ਮੈਂ ਤੇਰੇ ਤੋਂ ਵਾਰਨੇ ਬਲਿਹਾਰਨੇ ਜਾਣਾ। ਹੁਣ ਵਾਰਨੇ ਬਲਿਹਾਰਨੇ ਤੋਂ ਇਹ ਕਰਨਾ ਤੇ ਤੇਰੇ ਨਾਮ ਦੇ ਨਾਲ ਜੁੜਿਆ ਹਾਂ ਜੀ। ਮੰਗਲਾ ਹਰ ਮੰਗਲਾ। ਇਹ ਮੇਰੇ ਵਾਹਿਗੁਰੂ ਤੂੰ ਖੁਸ਼ ਹੈ, ਖੁਸ਼ੀ ਦੇਣ ਵਾਲਾ ਹੈ। ਮੰਗਲ ਦਾ ਅਰਥ ਹੁੰਦਾ ਖੁਸ਼ੀ, ਤੇ ਮੰਗਲਾ ਕਹਿੰਦੇ ਨੇ ਖੁਸ਼ੀ ਦੇਣ ਵਾਲੇ ਨੂੰ। ਮੰਗਲਾ ਹਰ ਮੰਗਲਾ, ਹੈ ਮੇਰੇ ਵਾਹਿਗੁਰੂ ਤੂੰ ਖੁਸ਼ੀ ਦੇਣ ਵਾਲਾ ਹੈ ਤੇ ਹਰ ਇੱਕ ਨੂੰ ਹਰਿਆ ਭਰਿਆ ਕਰਨ ਵਾਲਾ, ਸਾਰਿਆਂ ਨੂੰ ਖੁਸ਼ੀਆਂ ਬਖਸ਼ ਰਿਹਾ ਹੈ ਜੀ। ਨਿਤ ਮੰਗਲ ਰਾਜਾ ਰਾਮ ਰਾਏ ਕੋ। ਤੇ ਨਿਤਾ ਪ੍ਰਤੀ ਖੁਸ਼ੀ ਹੈ ਜਿਹੜੀ ਉਹ ਤੇਰੇ ਨਾਮ ਦੀ ਏ, ਜੋ ਤੂੰ ਸਾਰਿਆਂ ਤੋਂ ਰਜਿਆ ਹੋਇਆ ਤੇ ਸਾਰਿਆਂ ਦਾ ਮਾਲਕ ਰਾਜਾ ਹੈ ਜੀ। ਰਹਾਉ ਉਤਮ ਦੀਰਾ ਨਿਰਮਲ ਬਾਤੀ। ਹੁਣ ਵਿਸ਼ਰਾਮ ਲਾ ਕੇ ਕਹਿੰਦੇ ਨੇ ਉਤਮ ਦੀਰਾ, ਜਿਹੜਾ ਜੀਵਨ ਨੂੰ ਸਭ ਤੋਂ ਉੱਤਮ ਚਲਾਉਣਾ ਹੈ ਨਾ, ਇਹ ਦੀਵਾ ਹੈ। ਜਿਹੜਾ ਜੀਵਨ ਦੇ ਵਿੱਚ ਉੱਚੇ ਤੇ ਸੁੱਚੇ ਕਰਮ ਕਰਨੇ ਨੇ। ਉਤਮ ਦਾ ਅਰਥ ਹੁੰਦਾ ਉੱਚਾ ਤੇ ਸੁੱਚਾ। ਜਿਹੜਾ ਜੀਵਨ ਦੇ ਵਿੱਚ ਉੱਚਾ ਤੇ ਸੁੱਚਾ ਕਰਮ ਕਰਨਾ ਭਗਤਾਂ ਦਾ, ਇਹ ਦੀਵਾ ਬਣ ਜਾਂਦਾ ਹੈ। ਹੁਣ ਦੀਵੇ ਦੇ ਵਿੱਚ ਬੱਤੀ ਹੈ ਜਿਹੜੀ ਨਿਰਮਲ, ਜਿਹੜੀ ਪਵਿੱਤਰਤਾ ਹੀ ਰੱਖਣੀ ਹੈ, ਇਹ
ਇਹ ਬੱਤੀ ਬਣ ਜਾਂਦੀ ਹੈ। ਜਿਹੜਾ ਸਰੀਰ ਨੂੰ ਉੱਚਾ ਤੇ ਸੁੱਚਾ ਰੱਖਣਾ ਹੈ, ਬਾਹਰੋਂ ਸਾਫ਼ ਸੁਥਰਾ ਰੱਖਣਾ ਹੈ, ਸਰੀਰ ਦੀਵਾ ਬਣ ਗਿਆ। ਊਤਮ ਦੀਰਾ ਜਿਹੜਾ ਸਰੀਰ ਨੂੰ ਉੱਚੀਆਂ ਤੇ ਸੁੱਚੀਆਂ ਪਵਿੱਤਰਤਾਈ ਦੇ ਨਾਲ ਰੱਖਣਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਦਾਤਨ ਕੁਰਲਾ ਕਰਨਾ ਹੈ, ਇਸ਼ਨਾਨ ਕਰਨਾ ਹੈ, ਕਿਰਿਆ ਨੂੰ ਸੋਧਣਾ ਹੈ, ਜਿਹੜਾ ਇਹ ਦੀਵਾ ਬਣ ਗਿਆ। ਸਰੀਰ ਨਿਰਮਲ ਬਾਤੀ ਤੇ ਜਿਹੜੀ ਇਹ ਸਰੀਰ ਨੂੰ ਅੰਦਰੋਂ ਨਿਰਮਲ ਕਰਨਾ ਹੈ, ਬਾਣੀ ਪੜ੍ਹ ਕੇ, ਨਾਮ ਜਪ ਕੇ, ਸਿਮਰਨ ਕਰਕੇ, ਇਹ ਫਿਰ ਬੱਤੀ ਹੈ ਜੀ। ਤੂੰ ਹੀ ਨਿਰੰਜਨ ਕਮਲਾ ਪਾਤੀ। ਇਹ ਪਰਮਾਤਮਾ ਸੱਚੇ ਸਤਿਗੁਰ ਫਿਰ ਤੂੰ ਹੀ ਇੱਕ ਤੂੰ ਹੀ ਹੈ, ਕਾਲਖ ਤੋਂ ਰਹਿਤ ਜੋ ਕਮਲਾ ਪਾਤੀ, ਭਾਵ ਵਿਸ਼ਨੂੰ ਭਗਵਾਨ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਜੀਓ। ਰਾਮਾ ਭਗਤ ਰਾਮਾਨੰਦ ਜਾਣੈ। ਰਾਮਾ ਭਗਤ ਇਹਨਾਂ ਦੇ ਭਗਤ ਸਨ ਜਿਹੜੇ ਰਾਮਾਨੰਦ ਜੀ ਸਨ, ਤੇ ਰਾਮਾ ਭਗਤ ਰਾਮਾਨੰਦ ਜਾਣੇ। ਜੋ ਤੇਰਾ ਭਗਤ ਹੈ ਨਾ ਹੈ ਮੇਰੇ ਪਰਮਾਤਮਾ, ਉਹ ਇਸ ਆਨੰਦ ਨੂੰ ਜਾਣਦਾ। ਰਾਮ ਦੇ ਆਨੰਦ ਨੂੰ ਉਹ ਹੀ ਜਾਣਦਾ ਜਿਹੜਾ ਰਾਮਾ ਭਗਤ ਹੋ ਗਿਆ। ਜਿਹੜਾ ਰਾਮ ਦਾ ਵਾਹਿਗੁਰੂ ਦਾ ਭਗਤ ਹੋ ਗਿਆ ਨਾ, ਉਹੀ ਉਸ ਪਰਮਾਤਮਾ ਦੇ ਇਸ ਆਨੰਦ ਨੂੰ ਜਾਣਦਾ। ਹੁਣ ਇਹਨਾਂ ਦਾ ਨਾ ਮੈਂ ਸੁਮੇਲ ਕਰਕੇ ਆਪ ਜੀ ਨੂੰ ਸਮਝਾਉਣ ਦਾ ਯਤਨ ਕਰਾਂਗਾ। ਅਸੀਂ ਦੀਵਾ ਜਗਾ ਲਿਆ, ਉਹਦੇ 'ਚ ਘਿਓ ਪਾ ਲਿਆ, ਉਹਦੇ 'ਚ ਬੱਤੀ ਪਾ ਲਈ, ਅੱਗ ਲਾ ਲਈਏ ਤੇ ਥਾਲ ਦੇ ਵਿੱਚ ਰੱਖ ਕੇ ਅਸੀਂ ਆਰਤੀ ਕਰਨ ਲੱਗ ਗਏ। ਉਹਦੇ ਨਾਲ ਅੰਦਰ ਉਹ ਆਨੰਦ ਨਹੀਂ ਆਉਂਦਾ ਜਿਹੜਾ ਰਾਮ ਰਾਮ ਕਰਨ ਨਾਲ ਆਉਂਦਾ, ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਆਉਂਦਾ। ਇਹ ਦੱਸ ਰਹੇ ਨੇ ਭਾਈ, ਜਿਹੜਾ ਬਾਹਰ ਦਾ ਦੀਵਾ ਜਗਾਉਣਾ ਉਹਦੇ ਨਾਲ ਅੰਦਰ ਦਾ ਆਨੰਦ ਥੋੜ੍ਹੀ ਵੱਜਦਾ, ਅੰਦਰ ਪ੍ਰਕਾਸ਼ ਨਹੀਂ ਹੁੰਦਾ। ਊਤਮ ਦੀਰਾ ਸਰੀਰ ਨੂੰ ਉੱਤਮ ਕਿਰਿਆ ਨਾਲ ਸੋਧਨਾ ਕਰੇ, ਨਿਰਮਲ ਬਾਤੀ ਤੇ ਅੰਦਰ ਜਿਹੜਾ ਸਰੀਰ ਹੈ ਉਹਨੂੰ ਪਵਿੱਤਰ ਕਰੇ ਅੰਦਰੋਂ। ਤੂੰ ਹੀ ਨਿਰੰਜਨ ਕਮਲਾ ਪਾਤੀ, ਉਸ ਪਰਮਾਤਮਾ ਵਾਹਿਗੁਰੂ ਨੂੰ ਆਖੇ ਕਿ ਤੂੰ ਹੀ ਹੈ ਸਾਰਿਆਂ ਦੇ ਵਿੱਚ ਵਿਆਪਕ। ਰਾਮਾ ਭਗਤ ਤੇ ਉਸ ਪ੍ਰਭੂ ਦਾ ਭਗਤ ਬਣ ਜਾਵੇ। ਰਾਮਾਨੰਦ ਜਾਣੇ ਤੇ ਪ੍ਰਭੂ ਦਾ ਭਗਤ ਬਣ ਕੇ ਉਸ ਵਾਹਿਗੁਰੂ ਦੇ ਆਨੰਦ ਨੂੰ ਫਿਰ ਜਾਣਿਆ ਜਾਂਦਾ ਹੈ ਜੀ। ਪੂਰਨ ਪਰਮਾਨੰਦ ਬਖਾਨੈ। ਪੂਰਨ ਪਰਮਾਨੰਦ, ਉਹ ਪੂਰਨ ਰੂਪ ਦੇ ਵਿੱਚ ਪਰਮਾਤਮਾ ਦਾ ਜਿਹੜਾ ਸਭ ਤੋਂ ਵੱਡਾ ਆਨੰਦ ਹੈ, ਉਹਦਾ ਵਿਖਿਆਨ ਕਰਨਾ ਕਰੇ ਜੀ। ਮਦਨ ਮੂਰਤ ਪੈ ਤਾਰ ਗੋਬਿੰਦੇ। ਇਹ ਮੇਰੇ ਸੱਚੇ ਸਤਿਗੁਰੂ ਜੀ, ਤੇਰਾ ਸਰੂਪ ਹੈ ਜਿਹੜਾ ਉਹ ਸਾਨੂੰ ਮਦਨ ਕਰਨ ਵਾਲਾ ਹੈ, ਭਾਵ ਆਨੰਦ ਦੇਣ ਵਾਲਾ ਹੈ। ਮਦਨ ਕਹਿੰਦੇ ਨੇ ਕਾਮ ਦਾ ਨਾਸ਼ ਕਰਨ ਵਾਲੇ ਨੂੰ। ਤੇਰਾ ਸਰੂਪ ਹੈ ਜਿਹੜਾ ਵਿਕਾਰਾਂ ਦਾ ਨਾਸ਼ ਕਰਨ ਵਾਲਾ ਹੈ, ਤੇ ਸਾਨੂੰ ਇਸ ਸੰਸਾਰ ਦੇ ਵਿੱਚ ਉਤਾਰਨਾ ਕਰ। ਸੈਨ ਭਣੈ ਭਜ ਪਰਮਾਨੰਦੇ। ਤੇ ਭਗਤ ਸੈਨ ਜੀ ਇਹ ਆਖਰੇ ਨੇ, ਭਣੇ ਦਾ ਅਰਥ ਆਖਣਾ, ਸੈਨ ਭਣੇ ਭਜ ਪਰਮਾਨੰਦੇ। ਤਾਂ ਤੇ ਸੈਨ ਭਗਤ ਜੀ ਆਖਦੇ ਨੇ ਦੀਵੇ ਜਗਾਣੇ ਬੰਦ ਕਰ ਦਈਏ, ਉਸ ਪ੍ਰਭੂ ਦੇ ਅੱਗੇ ਉਸ ਦੇ ਸਿਮਰਨ ਦੀ ਜਿਹੜੀ ਆਰਤੀ ਭਗਤ ਜੀ ਨੇ ਦੱਸੀ ਇਹ ਕਰਨੀ ਕਰੀਏ। ਭਜ ਪਰਮਾਨੰਦੇ, ਪਰਮ ਆਨੰਦ ਦਾ ਭਜਨ ਕਰਨ ਵਾਲੇ ਪ੍ਰਭੂ, ਪਰਮ ਆਨੰਦ ਦਾ ਦਾਨ ਦੇਣ ਵਾਲੇ ਪ੍ਰਭੂ ਪਰਮਾਤਮਾ ਦਾ ਭਜਨ ਕਰਨਾ ਕਰੀਏ ਜੀ। ਪੀਪਾ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਇਹ ਪਾਵਨ ਸ਼ਬਦ ਪੀਪਾ ਭਗਤ ਜੀ ਹੋਏ ਨੇ, ਇਹ ਰਾਜੇ ਸਨ ਤੇ ਇਹਨਾਂ ਨੇ ਰਾਜ ਭਾਗ ਨੂੰ ਛੱਡ ਕੇ ਭਜਨ ਬੰਦਗੀ ਵਾਲਾ ਜਿਹੜਾ ਮਾਰਗ ਹੈ ਉਹ ਧਾਰਨ ਕਰ ਲਿਆ ਸੀ। ਕਾਇਓ ਦੇਵਾ, ਇਹ ਕਹਿੰਦਾ ਕਾਹਦੇ ਲਈ ਦੇਵਤਾ ਬਣਾਉਣਾ ਹੈ ਪੱਥਰ ਦਾ। ਕਾਇਓ ਦੇਵਲ, ਦੇਵਲ ਕਹਿੰਦੇ ਨੇ ਮੰਦਰ ਨੂੰ। ਕਾਹਦੇ ਲਈ ਦੇਵਲ ਦੁਆਰ ਬਣਾਉਣਾ, ਭਾਵ ਮੰਦਰ ਕਾਹਦੇ ਲਈ ਬਣਾਉਣਾ ਤੇ ਕਾਹਦੇ ਲਈ ਉਹਦੇ 'ਚ ਪੱਥਰ ਦੀ ਮੂਰਤੀ ਰੱਖਣੀ ਹੈ। ਕਾਇਓ ਜੰਗਮ ਜਾਤੀ, ਕੇਵਲ ਕਾਇਓ ਜੰਗਮ ਜਾਤੀ, ਉਹ ਪਰਮਾਤਮਾ ਸੱਚੇ ਸਤਿਗੁਰ ਜਿਹੜੇ ਨੇ ਨਾ, ਉਹ ਸਾਰੀ ਜਿਤਨੀਆਂ ਵੀ ਜੰਗਮ ਜਾਤੀਆਂ ਨੇ, ਭਾਵ ਜਿਤਨੇ ਵੀ ਜੀਵ ਨੇ, ਸਾਰਿਆਂ ਦੇ ਅੰਦਰ ਇਹ ਗੱਲ ਨਹੀਂ ਬਣੀ। ਕਾਇਓ ਦੇਵਾ, ਕਾਹਦੇ ਲਈ ਦੇਵਤੇ ਬਣਾਉਣੇ ਨੇ। ਕਾਇਓ ਦੇਵਲ, ਕਾਹਦੇ ਲਈ ਉਹਨਾਂ ਦੇ ਵਿੱਚ ਮੂਰਤੀਆਂ ਜਿਹੜੀਆਂ ਨੇ ਉਹ ਖੜੀਆਂ ਕਰਨੀਆਂ ਨੇ। ਕਾਇਓ ਜੰਗਮ ਜਾਤੀ, ਉਹ ਪਰਮਾਤਮਾ ਜੋ ਸਾਰੀਆਂ ਜਾਤੀਆਂ ਦੇ ਵਿੱਚ ਆਇਆ ਹੋਇਆ ਏ, ਉਹਦੇ ਲਈ ਕਾਹਦੇ ਲਈ ਇੱਕ ਥਾਂ ਨੂੰ ਹੀ ਨਿਯੁਕਤ ਕਰਨਾ ਹੈ। ਉਹ ਪਰਮਾਤਮਾ ਜੋ ਸਾਰੇ ਵਿਆਪਕ ਹੈ, ਉਹਨੂੰ ਇੱਕ ਥਾਂ ਤੇ ਅਸੀਂ ਕਿਵੇਂ ਕਹਿ ਸਕਦੇ? ਜੇ ਕਹਿ ਦਈਏ ਇਕੱਲੇ ਦਰਬਾਰ ਸਾਹਿਬ ਦੇ ਵਿੱਚ, ਬਾਹਰ ਨਹੀਂ, ਤੇ ਫਿਰ ਬਾਹਰ ਕੌਣ ਚਲਾ ਰਿਹਾ? ਬਾਹਰ ਵੀ ਉਸੇ ਦੀ ਸਤਾ ਨਾਲ ਚੱਲ ਰਹੇ ਹਨ ਨਾ। ਇਸ ਤਰ੍ਹਾਂ ਦੱਸਦੇ ਨੇ ਕਾਹਦੇ ਲਈ ਮੰਦਰ ਬਣਾਈਏ, ਕਾਹਦੇ ਲਈ ਫਿਰ ਉਹਨਾਂ 'ਚ ਮੂਰਤੀਆਂ ਖੜੀਆਂ ਕਰੀਏ। ਜੋ ਪਰਮਾਤਮਾ ਸਾਰਿਆਂ ਦੇ ਵਿੱਚ ਵਿਆਪਕ ਹੈ, ਕਾਹਦੇ ਲਈ ਉਹਦੇ ਲਈ ਇੱਕ ਥਾਂ ਨਿਯੁਕਤ ਕਰੀਏ ਜੀ। ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ। ਕਾਹਦੇ ਲਈ ਅਸੀਂ ਧੂਪ ਤੇ ਦੀਵੇ ਤੇ ਇਸ ਤਰ੍ਹਾਂ ਇਸ਼ਨਾਨ ਆਦਿ ਕਰਨਾ ਕਰੀਏ, ਤੇ ਕਾਹਦੇ ਲਈ ਪਾਤੀ ਕਹਿੰਦੇ ਨੇ ਪੱਤਰਾਂ ਨੂੰ। ਕਾਹਦੇ ਲਈ ਕਿਸੇ ਰੁੱਖ ਦੇ, ਇਹ ਇੱਕ ਪੱਥਰ ਚੱਟ ਰੁੱਖ ਹੁੰਦਾ, ਉਹਦੇ ਪੱਤਰ ਨੇ ਜਿਹੜੇ ਉਹ ਚੜਾਉਂਦੇ ਨੇ, ਜਾਂ ਤੁਲਸੀ ਆਦਿਕ ਦੇ ਪੱਤਿਆਂ ਦੀ ਪੂਜਾ ਕਰਦੇ ਨੇ। ਇਸ ਲਈ ਕਾਹਦੇ ਲਈ ਕਿਸੇ ਦੇ ਪੱਤੇ ਤੋੜ ਕੇ ਚੜਾਉਣੇ ਹਨ।
ਕਾਇਆ ਬਹੁ ਖੰਡ ਖੋਜਤੇ ਨਭ ਨਿਧ ਪਾਈ। ਤੇ ਕਾਹਦੇ ਲਈ? ਬ੍ਰਹਿਮੰਡ ਨੂੰ ਲੱਭਦਿਆਂ ਉਸ ਪਰਮਾਤਮਾ ਨੂੰ ਲੱਭਦੇ ਉਮਰ ਗਵਾਈਏ। ਕਾਇਆ ਬਹੁ ਖੰਡ ਖੋਜਤੇ, ਕਾਹਦੇ ਲਈ? ਬਹੁਤੇ ਖੰਡਾਂ ਦੇ ਵਿੱਚ ਲੱਭਣਾ। ਨਵ ਨਿਤ ਪਾਈ, ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇਸ ਸਰੀਰ ਦੇ ਵਿੱਚ ਹੀ ਪ੍ਰਾਪਤ ਹੁੰਦਾ ਹੈ ਜੀ। ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ। ਤੇ ਨਾ ਕੁਝ ਆਉਂਦਾ ਹੈ ਤੇ ਨਾ ਹੀ ਕੁਝ ਜਾਂਦਾ ਹੈ। ਅਸੀਂ ਰੱਬ ਦੀ ਸਹੁੰ ਆਖ ਕੇ ਖਾ ਰਹੇ ਹਾਂ। ਪੀਪਾ ਭਗਤ ਜੀ ਕਹਿੰਦੇ ਨੇ ਅਸੀਂ ਰੱਬ ਦੀ ਸਹੁੰ ਖਾ ਕੇ, ਦੁਹਾਈ ਦਾ ਅਰਥ ਇੱਥੇ ਸਹੁੰ ਹੈ। ਰਾਮ ਕੀ ਦੁਹਾਈ, ਅਸੀਂ ਰੱਬ ਦੀ ਦੁਹਾਈ ਦੇ ਕੇ ਰਾਮ ਦੀ ਸਹੁੰ ਖਾ ਕੇ ਕਹਿ ਰਹੇ ਵੀ ਨਾ ਕੁਝ ਆਉਂਦਾ ਤੇ ਨਾ ਕੁਝ ਜਾਂਦਾ ਹੈ ਜੀ। ਰਹਾਉ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ। ਜਿਹੜਾ ਪਰਮਾਤਮਾ ਸਾਰੇ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਉਹੀ ਸਾਡੇ ਸਰੀਰ ਦੇ ਵਿੱਚ, ਜਿਹੜਾ ਲੱਭ ਲੈਂਦਾ ਉਹਨੂੰ ਮਿਲ ਜਾਂਦਾ ਹੈ। ਪੀਪਾ ਪ੍ਰਣਬੈ ਪਰਮ ਤਤ ਹੈ ਸਤਿਗੁਰੂ ਹੋਏ ਲਖਾਵੇ। ਪੀਪਾ ਕਹਿੰਦਾ ਮੈਂ ਬੇਨਤੀ ਕਰਦਾ, ਪਰਮ ਤੱਤ ਵਾਲੀ ਗੱਲ ਇਹ ਹੈ ਕਿ ਸੱਚੇ ਸਤਿਗੁਰ ਨੂੰ ਪ੍ਰਾਪਤ ਕਰੀਏ ਤੇ ਸੱਚਾ ਸਤਿਗੁਰ ਫਿਰ ਸਾਨੂੰ ਅੰਦਰ ਕਿਰਪਾ ਕਰਦਾ ਹੈ, ਉਸ ਦੀ ਪ੍ਰਾਪਤੀ ਕਰਵਾਉਂਦਾ ਹੈ ਜੀ। ਧੰਨਾ ਗੋਪਾਲ ਤੇਰਾ ਆਰਤਾ। ਭਗਤ ਧੰਨਾ ਜੀ ਕਹਿੰਦੇ ਨੇ ਹੇ ਵਾਹਿਗੁਰੂ ਤੇਰਾ ਜੋ ਆਰਤਾ ਹੈ ਉਹ ਇਸ ਤਰ੍ਹਾਂ ਕਰੀਦਾ ਹੈ ਜੀ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਹ ਮੇਰੇ ਪਰਮਾਤਮਾ ਤੇਰਾ ਆਰਤਾ ਹੀ ਹੈ ਕਿ ਤੇਰੇ ਨਾਮ ਦੇ ਨਾਲ ਜੁੜੇ ਰਹੀਏ, ਤੇਰੇ ਨਾਮ ਨੂੰ ਜਪੀਏ, ਤੇਰੇ ਨਾਮ ਦਾ ਭਜਨ ਕਰੀਏ। ਜਿਹੜਾ ਜੀਵ ਤੇਰੇ ਨਾਮ ਦੇ ਨਾਲ ਜੁੜਿਆ ਤੇਰੀ ਭਗਤੀ ਕਰਦਾ ਹੈ ਫਿਰ ਤੂੰ ਕਿਰਪਾ ਕਰਦਾ, ਉਹਨਾਂ ਦੇ ਸਾਰੇ ਕਾਰਜ ਸਵਾਰ ਦਿੰਦਾ ਹੈ। ਰਹਾਉ ਦਾਲ ਸੀਦਾ ਮੰਗੋ ਕੀਓ। ਹੁਣ ਭਗਤ ਧੰਨਾ ਜੀ ਕਹਿੰਦੇ ਨੇ ਸਾਡੀਆਂ ਕੁਝ ਸਰੀਰਕ ਲੋੜਾਂ ਨੇ ਉਹ ਤੂੰ ਪੂਰੀਆਂ ਕਰਨੀਆਂ ਕਰ। ਦਾਲ ਵੀ ਚਾਹੀਦੀ, ਆਟਾ ਵੀ ਚਾਹੀਦਾ ਹੈ, ਘਿਓ ਵੀ ਚਾਹੀਦਾ ਹੈ ਜੀ। ਹਮਰਾ ਖੁਸ਼ੀ ਕਰੈ ਨਿਤ ਜੀਓ। ਇਹਨਾਂ ਨੂੰ ਖਾ ਕੇ ਮਨ ਖੁਸ਼ ਰਹਿੰਦਾ ਤੇ ਖੁਸ਼ ਮਨ ਦੇ ਨਾਲ ਤੇਰੇ ਨਾਮ ਨੂੰ ਜਪਿਆ ਜਾਵੇ। ਪਨੀਆਂ ਸਾਧਨ ਨੀਕਾ। ਪਣੀਆਂ ਕਹਿੰਦੇ ਨੇ ਜੋੜਿਆਂ ਨੂੰ ਜੁੱਤੀਆਂ ਵੀ ਚਾਹੀਦੀਆਂ ਨੇ, ਸਾਧਨ ਕੱਪੜੇ ਵੀ ਸੋਹਣੇ ਚੰਗੇ ਚਾਹੀਦੇ ਹਨ। ਅਨਾਜ ਮੰਗੋ ਸਤ ਸੀਕਾ। ਸਤ ਸੀਕਾ ਇਹ ਹੁਣ ਅੱਜ ਕੱਲ੍ਹ ਅਸੀਂ ਖਾਦਾਂ ਪਾਉਣ ਲੱਗ ਗਏ ਹਾਂ। ਪਹਿਲੋਂ ਜ਼ਮੀਨ ਨੂੰ ਜਿੰਨੇ ਵਾਰੀ ਵਾਹਿਆ ਜਾਂਦਾ ਸੀ ਉਨੀ ਜ਼ਿਆਦਾ ਚੰਗੀ ਫਸਲ ਹੁੰਦੀ ਸੀ। ਕਣਕ ਨੂੰ ਜਦੋਂ 100 ਸੀ ਲਾ ਕੇ ਬੀਜਿਆ ਜਾਂਦਾ ਨਾ ਫਿਰ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਅਨਾਜ ਪੈਦਾ ਹੁੰਦਾ। ਅਨਾਜ ਕਹਿੰਦੇ ਨੇ ਕਣਕ ਨੂੰ ਮੰਗੋ ਸਤ ਸੀਕਾ। ਤੇ ਇਹ ਅਨਾਜ ਜਿਹੜਾ 100 ਵਾਰੀ ਜ਼ਮੀਨ ਨੂੰ ਵਾਹ ਕੇ ਉਗਾਇਆ ਗਿਆ ਇਹ ਸਭ ਤੋਂ ਉੱਤਮ ਮੰਨਿਆ ਗਿਆ ਸੀ। ਇਹ ਵੀ ਮੰਗ ਰਹੇ ਹਨ। ਗਊ ਭੈਂਸ ਮੰਗੋ ਲਵੇਰੀ। ਗਾਂ ਤੇ ਮੱਝ ਦੋਵੇਂ ਹੋਣ ਤੇ ਦੋਵੇਂ ਲਵੇਰੀਆਂ ਹੋਣ। ਇੱਕ ਤਾਜਨ ਤੁਰੇ ਚੰਗੇਰੀ। ਤੇ ਇੱਕ ਤਾਜਨ ਕਹਿੰਦੇ ਨੇ ਤੁਰਕਾਨੀ ਘੋੜੀ ਬੜੀਆਂ ਉਦੋਂ ਮਸ਼ਹੂਰ ਹੁੰਦੀਆਂ ਸਨ, ਹੁਣ ਤੋਂ ਨਸਲਾਂ ਹੀ ਨਹੀਂ ਰਹੀਆਂ। ਤੁਰੀ ਕਹਿੰਦੇ ਨੇ ਘੋੜੀ ਨੂੰ। ਇੱਕ ਤੁਰਕਾਨੀ ਘੋੜੀ ਹੈ ਨਾ ਜਿਹੜੀ ਉਹ ਬੜੀ ਚੰਗੀ ਹੋਵੇ, ਬੜੀ ਸੀਲ ਹੋਵੇ, ਉਹ ਦੇਣੀ ਕਰੋ ਜੀ। ਘਰ ਕੇ ਗਈ ਹਨ ਚੰਗੀ। ਇਹ ਜ਼ਰੂਰ ਚਾਹੀਦਾ ਘਰ ਦੀ ਪਤਨੀ ਹੈ ਨਾ ਜਿਹੜੀ ਇਹ ਚੰਗੀ ਹੋਵੇ। ਜੇ ਇਹਦਾ ਸੁਭਾਅ ਨਾ ਚੰਗਾ ਹੋਇਆ ਨਾ ਫਿਰ ਨਹੀਂ ਗੱਲ ਬਣਨੀ। ਫਿਰ ਨਾ ਭਜਨ ਹੋਵੇ, ਨਾ ਬੰਦਗੀ ਹੋਵੇ, ਨਾ ਸਿਮਰਨ ਹੋਵੇ, ਫਿਰ ਕੁਝ ਵੀ ਨਹੀਂ ਹੁੰਦਾ। ਘਰ ਕੀ ਗਈ ਹਨ ਚੰਗੀ। ਇੱਕ ਔਰਤ ਹੋਈ ਇਹ ਸਮਾਂ ਹੋ ਗਿਆ ਅੱਜ 5 ਮਿੰਟ ਆਪਾਂ ਵੱਧ ਲਾ ਲਈਏ। ਸਾਖੀ ਜ਼ਰੂਰ ਸੁਣ ਲਓ, ਸਾਹਮਣੇ ਆਈਏ। ਔਰਤ ਹੋਈ ਉਸ ਦਾ ਨਾਂ ਸੀ ਸੁਭਾਗ ਭਰੀ। ਇਹ ਸੁਭਾਗ ਭਰੀ ਸੀ। ਇਹ ਆਪਣੇ ਪਿਤਾ ਦੀ ਇਸ ਤਰ੍ਹਾਂ ਦੀ ਸੁਲੱਗ ਤੇ ਨੈਕ ਪੁੱਤਰੀ ਸੀ। ਆਪਣੇ ਪਿਓ ਦੀ ਇੱਜ਼ਤ ਦਾ ਪੂਰਾ ਧਿਆਨ ਰੱਖਦੀ ਸੀ। ਜਿਵੇਂ ਉਹ ਆਖ ਦਿੰਦਾ ਸੀ ਉਵੇਂ ਕਰ ਲੈਂਦੀ ਸੀ। ਹੈਗੇ ਬੜੇ ਗਰੀਬ ਸਨ ਤੇ ਇਸ ਤਰ੍ਹਾਂ ਦੀ ਸੰਤਾਨ ਹੈ ਜਿਹੜੀ ਉਹਨਾਂ ਦੇ ਘਰੇ ਪੈਦਾ ਹੁੰਦੀ ਹੈ ਜਿਹੜੇ 10 ਦੀ ਕਿਰਤ ਕਮਾਈ ਕਰਨ ਵਾਲੇ ਨੇ। ਜਿਹੜੀ ਸੰਤਾਨ ਹੈ ਨਾ ਜਿਵੇਂ ਰੁੱਖ ਹੈ, ਰੁੱਖ ਦਾ ਫਲ ਹੈ, ਰੁੱਖ ਨੂੰ ਫਲ ਲੱਗਦਾ ਹੈ। ਹੁਣ ਰੁੱਖ ਨੂੰ ਫਲ ਚੰਗਾ ਕਦੋਂ ਲੱਗਿਆ? ਜਦੋਂ ਰੁੱਖ ਨੂੰ ਚੰਗੀ ਖਾਦ ਖੁਰਾਕ ਮਿਲੀ ਹੈ ਤੇ ਰੁੱਖ ਨੂੰ ਫਲ ਲੱਗਿਆ। ਮਨੁੱਖ ਦਾ ਫਲ ਇਸ ਦੀ ਔਲਾਦ। ਤੇ ਮਨੁੱਖ ਨੂੰ ਜਿਹੜਾ ਨਾ ਇਹ ਖਾਦ ਖੁਰਾਕ ਨਾਲ ਚੰਗਾ ਫਲ ਨਹੀਂ ਲੱਗਦਾ। ਮਨੁੱਖ ਨੂੰ ਭਜਨ ਬੰਦਗੀ 10 ਦੀ ਕਿਰਤ ਕਮਾਈ ਦੇ ਨਾਲ ਚੰਗਾ ਫਲ ਲੱਗਦਾ ਜੇ। ਜਿਹੜੇ ਬੰਦੇ ਨੇ ਆਪਣੇ ਜੀਵਨ ਦੇ ਵਿੱਚ ਚੰਗੀ ਕਿਰਤ ਕਮਾਈ ਕੀਤੀ ਹੈ, ਨੇਕੀਆਂ ਕੀਤੀਆਂ ਨੇ, ਚੰਗੇ ਕੰਮ ਕੀਤੇ ਨੇ, ਉਹਨਾਂ ਦੀ ਸੰਤਾਨ ਚੰਗੀ ਤੇ ਵਧੀਆ ਹੁੰਦੀ ਹੈ। ਇਹ ਸੁਭਾਗ ਭਰੀ ਸੀ। 22 ਸਾਲ ਦੀ ਉਮਰ ਹੋ ਗਈ ਹੈ। ਘਰੇ ਬੜੀ ਗਰੀਬੀ ਹੈ ਪਰ ਜੱਟ ਸਾਦੇ ਵਿੱਚ ਰਹੀ ਹੈ। ਇਸ ਦੇ ਪਿਤਾ ਦੇ ਪਾਸ ਇੱਕ ਲੋੜਵੰਦ ਆ ਗਿਆ। ਕਹਿੰਦਾ ਮੇਰਾ ਪੁੱਤਰ ਹੈ ਜਿਹੜਾ ਉਹ 13-14 ਸਾਲ ਦੀ ਛੋਟੀ ਉਮਰ ਹੈ ਉਹਦੀ ਤੇ ਮੇਰੀ ਪਤਨੀ ਮਰ ਗਈ। ਰੋਟੀ ਟੁੱਕ ਤੋਂ ਬੜੇ ਔਖੇ ਆ ਤੇ ਭਾਈ ਤੇਰੇ ਵਰਗੇ ਅਸੀਂ ਆ। ਜੇ ਤੂੰ ਕਹੇ ਤਾਂ ਤੇਰੀ ਪੁੱਤਰੀ ਦਾ ਰਿਸ਼ਤਾ ਮੇਰੇ ਪੁੱਤਰ ਨੂੰ ਕਰ ਦੇ ਤੇ ਚਲੋ ਤੇਰਾ ਵੀ ਸਿਰ ਤੋਂ ਭਾਰ ਲੈ। ਜੇ ਤੂੰ ਵੀ ਗਰੀਬ ਹੈ ਤੇਰੇ ਤੋਂ ਵਿਆਹ ਹੀ ਨਹੀਂ ਜਾਣੀ ਤੇ ਮੇਰੇ ਐਡੇ ਛੋਟੇ ਪੁੱਤਰ ਨੂੰ ਕੋਈ ਪਤਾ ਨਹੀਂ ਸੰਗ ਇਸ ਤਰ੍ਹਾਂ ਦਾ ਮਿਲੇ ਕਿ ਨਾ ਮਿਲੇ। ਸੋ ਇਹਨਾਂ ਦਾ ਆਪਸ ਵਿੱਚ ਇਸ ਤਰ੍ਹਾਂ ਗੱਠ ਜੋੜ ਹੋ ਗਈ ਹੈ।
ਤੇ ਉਧਰ ਜਾ ਕੇ ਉਹਨੇ ਜਦੋਂ ਆਪਣੀ ਪੁੱਤਰੀ ਨੂੰ ਦੱਸਿਆ, ਸੁਭਾਗਵਤੀ ਨੂੰ, ਕਹਿੰਦਾ ਪੁੱਤਰ ਮੈਂ ਤੇਰਾ ਰਿਸ਼ਤਾ ਕਰ ਰਿਹਾ ਤੇ ਅੱਜ ਵਾਲੀਆਂ ਜੇ ਹੁਣ ਲੈ ਤੂੰ ਮੈਨੂੰ ਬਿਨਾਂ ਪੁੱਛੇ ਕਿਵੇਂ ਕਰ ਰਿਹਾ, ਮੈਂ ਤਾਂ ਹੋਰ ਵੇਖਿਆ ਸੀ, ਉਹ ਮੇਰੇ ਤੋਂ ਛੋਟਾ ਹੈ, ਉਹ ਮੇਰੇ ਤੋਂ ਵੱਡਾ ਹੈ, ਮੈਂ ਤਾਂ ਉਹਦੇ ਨਾਲ ਕਰਾਉਣਾ ਸੀ ਜਿਹਦੇ ਨਾਲ ਪੜ੍ਹਦੀ ਰਹੀ ਹਾਂ। ਇਸ ਤਰ੍ਹਾਂ 100 ਗੱਲਾਂ ਸੁਣਾਣੀਆਂ ਸਨ ਭਾਈ। ਤੇ ਇਹਨੇ 7 ਬਚਨ ਕਹਿ ਦਿੱਤਾ, ਪਿਤਾ ਜੀ ਜੋ ਤੁਸੀਂ ਕਰ ਰਹੇ ਹੋ ਠੀਕ ਹੈ, ਵਿਆਹ ਹੋ ਗਿਆ, ਬੱਚਾ ਛੋਟੀ ਉਮਰ ਦਾ ਸੀ, ਸਾਰਾ ਦਿਨ ਵਿਆਹ ਦੇ ਵਿੱਚ ਥੱਕਿਆ ਤੇ ਆਣ ਕੇ ਮੰਜੇ ਤੇ ਸੌਂ ਗਿਆ। ਜਦੋਂ ਅੱਧੀ ਕੁ ਰਾਤ ਹੋਈ ਹੈ, ਪਿਆਸ ਲੱਗੀ ਹੈ ਤੇ ਬੜਾਇਆ ਪਾਣੀ। ਇਹ ਹੁਣ ਪਹਿਲੋਂ ਇਹਨੇ ਵੇਖਿਆ ਵੀ ਹੁਣ ਨਵਾਂ ਘਰ ਹੈ, ਪਹਿਲੇ ਦਿਨ ਆਈ ਹਾਂ ਤੇ ਮੈਂ ਕਿਵੇਂ ਬਾਹਰ ਜਾਵਾਂ, ਸੰਗਦੀ ਰਹੀ। ਪਰ ਪਤੀ ਦੀ ਸੇਵਾ ਨੂੰ ਮੁੱਖ ਰੱਖ ਕੇ ਇਹਨੇ ਫਿਰ ਸੰਗਾ ਇੱਕ ਪਾਸੇ ਕਰਕੇ ਪਾਣੀ ਲੈ ਆਈਏ ਉੱਠ ਕੇ ਜਾ ਕੇ। ਜਦੋਂ ਪਾਣੀ ਲਿਆਈਏ ਤੇ ਆਉਂਦੇ ਉਹਨੂੰ ਫਿਰ ਸੌਂ ਗਿਆ, ਫਿਰ ਸਰਾਣੇ ਖੜੀ ਰਹੀਏ। ਇਤਨੇ ਨੂੰ ਅੰਮ੍ਰਿਤ ਵੇਲਾ ਹੋ ਗਿਆ। ਪ੍ਰਭੂ ਪਰਮਾਤਮਾ ਨੇ ਆਖਿਆ ਤੇਰੇ ਇਸ ਤਪ ਤੋਂ ਮੈਂ ਖੁਸ਼ ਹਾਂ, ਮੰਗ ਕੀ ਮੰਗਦੀ ਹੈ। ਇਹ ਕਹਿੰਦੀ ਮੈਨੂੰ ਕੁਝ ਨਹੀਂ ਚਾਹੀਦਾ, ਬਸ ਇਸੇ ਤਰ੍ਹਾਂ ਮੇਰੇ ਅੰਦਰ ਸਬਰ ਤੇ ਸੰਤੋਖ ਬਣਿਆ ਰਵੇ, ਇਹ ਕਿਰਪਾ ਤੇਰੀ ਮੇਰੇ ਤੇ ਬਣੀ ਰਵੇ। ਇਹ ਸੁਭਾਗ ਭਰੀ ਸੀ, ਇਹ ਚੰਗੀ ਮਿਲ ਗਈ ਹੈ। ਤੇ ਇਹ ਭਾਈ ਇੱਕ ਦਿਨ ਨਾ ਚੌਲ ਛੱਡ ਰਹੀ ਸੀ। ਪਹਿਲੂ ਆਪਾਂ ਮੁਗਲੀਆਂ ਦੇ ਨਾਲ ਉਖਲੀਆਂ ਦੇ ਵਿੱਚ ਚੌਲ ਛੜਿਆ ਕਰਦੇ ਸਨ, ਮਸ਼ੀਨਾਂ ਨਹੀਂ ਸਨੋਈਆਂ ਕਰਦੀਆਂ। ਚੌਲ ਛੱਡ ਰਹੀ ਹੈ ਤੇ ਉਧਰੋਂ ਪਾਰੋਂ ਇਹਦਾ ਪਤੀ ਆ ਗਿਆ ਹੈ। ਉਹ ਬਲਦ ਲੈ ਕੇ ਆਇਆ ਤੇ ਉਹਨੇ ਆਵਾਜ਼ ਮਾਰੀ ਏ, ਘਰੇ ਆਇਆ, ਕੁੰਡਾ ਖੋਲੋ ਭਾਈ। ਇਹਨੇ ਕੀ ਕੀਤਾ, ਮੁਗਲਾ ਇੱਥੇ ਹੀ ਰੱਖ ਦਿੱਤਾ, ਉਹ ਇੱਥੇ ਹੀ ਖੜਾ ਰਿਹਾ ਹੈ। ਤੇ ਜਾ ਕੇ ਕੁੰਡਾ ਖੋਲਿਆ, ਬਲਦ ਬੰਨ ਦਿੱਤੇ ਨੇ, ਪਤੀ ਨੂੰ ਪਾਣੀ ਧਾਣੀ ਦਿੱਤਾ ਤੇ ਜਿੱਥੇ ਆਣ ਕੇ ਇਹਨੇ ਖਿਲਾਰਿਆ ਸੀ ਨਾ ਉੱਥੋਂ ਹੀ ਫਿਰ ਲੱਗ ਗਈ ਏ। ਜਦੋਂ ਉੱਥੋਂ ਲੱਗ ਗਈ ਤੇ ਗਵਾਂਢਣ ਵੇਖ ਕੇ ਬੜੀ ਹੈਰਾਨ ਹੋਈ, ਕਹਿੰਦੀ ਤੂੰ ਇਹ ਕਿਵੇਂ ਕਰ ਲੈਨੀ? ਕਹਿੰਦੀ ਮੈਂ ਪਤੀ ਦੀ ਸੇਵਾ ਕਰਕੇ ਕਰ ਲੈਨੀ, ਇਹਦੀ ਆਗਿਆਕਾਰੀ ਰਹਿਨੀ ਤਾਂ ਗਈ। ਹੁਣ ਗਵਾਂਢਣ ਗਈ ਏ, ਉਹ ਆਪਣੇ ਘਰ ਦੇ ਨੂੰ ਕਹਿੰਦੀ ਜੀ ਕੱਲ ਨੂੰ ਜਦੋਂ ਤੁਸੀਂ ਆਓਗੇ ਨਾ ਤੇ ਤੁਸੀਂ ਮੈਨੂੰ ਆਵਾਜ਼ ਮਾਰਿਓ, ਕੁੰਡਾ ਖੋਲ, ਮੈਂ ਬਾਹਰ ਭੇੜਿਆ ਹੋਏਗਾ। ਟਾਈਮ ਬਣ ਲਿਆ ਵੀ ਇੰਨੇ ਕੁ ਵਜੇ ਤੂੰ ਆ ਜੀ। ਹੁਣ ਇਹ ਵੀ ਲੱਗ ਗਈ ਮੁਗਲੇ ਨਾਲ ਕੁੱਟਣ। ਤੇ ਜਦੋਂ ਉਹਨੇ ਆਵਾਜ਼ ਮਾਰੀ, ਵਿਚਾਰੇ ਨੇ ਇੱਥੇ ਰੱਖਿਆ ਤਾਂ ਸਿਰ ਚਾਨ ਵੱਜਿਆ, ਸਿਰ ਪੜਾ ਬੈਠੀ ਹੈ। ਸੋ ਘਰ ਕੀ ਗੀਹਨ ਚੰਗੀ, ਇਹਨੂੰ ਤੁਸੀਂ ਆਪ ਹੀ ਸਮਝ ਲੈਣਾ ਵੀ ਹੁਣ ਸਾਡੀ ਸਿਰ ਪੜਾਉਣ ਵਾਲੀਆਂ ਦੇ ਵਿੱਚ ਜਾਂ ਮੁਗਲਾ ਖਿਲਾਰਨ ਵਾਲੀਆਂ ਦੇ ਵਿੱਚ। ਜੇ ਤਾਂ ਮੁਗਲਾ ਖਿਲਾਰਨ ਵਾਲੀਆਂ ਵਿੱਚ ਫਿਰ ਤਾਂ ਚੰਗੀ ਹੈ, ਨਹੀਂ ਤਾਂ ਫਿਰ ਸਿਰ ਪਾੜਨ ਵਾਲੀਆਂ, ਸੜੀ ਜਾ, ਇਸ ਤਰ੍ਹਾਂ ਦੇ ਕਈ ਸ਼ਬਦ ਬੋਲਣ ਵਾਲੀਆਂ ਦੇ ਵਿੱਚ ਨੇ। ਇਹ ਭਾਈ ਭਗਤ ਜੀ ਹੁਣ ਕਹਿੰਦੇ ਨੇ ਘਰ ਕੀ ਗੀਹਨ ਚੰਗੀ, ਮੇਰੀ ਪਤਨੀ ਹੈ ਜਿਹੜੀ ਇਹ ਵੀ ਚੰਗੀ ਹੋਵੇ ਜੀ। ਜਨ ਧੰਨਾ ਦੇਵੇ ਮੰਗੀ। ਭਗਤ ਧੰਨਾ ਜੀ ਕਹਿੰਦੇ ਨੇ ਅਸੀਂ ਤੇਰੇ ਤੋਂ ਹੀ ਮੰਗ ਕਰਦੇ ਹਾਂ, ਜਿਹੜੀਆਂ ਚੀਜ਼ਾਂ ਮੰਗੀਆਂ ਨੇ ਇਹਨਾਂ ਦੀ ਥੋੜ ਨਾ ਆਵੇ। ਜੇ ਇਹਨਾਂ ਦੀ ਥੋੜ ਆ ਗਈ ਤੇ ਫਿਰ ਭਜਨ ਬੰਦਗੀ ਸਿਮਰਨ ਨਹੀਂ ਹੋਏਗਾ, ਕਿਉਂਕਿ ਧਿਆਨ ਇੱਧਰਲੇ ਪਾਸੇ ਫਿਰ ਚਲਾ ਜਾਂਦਾ ਹੈ। ਲੋੜਾਂ ਪੂਰੀਆਂ ਕਰਨ ਵਾਸਤੇ ਫਿਰ ਸਿਮਰਨ ਦੇ ਵਿੱਚ ਮਨ ਨਹੀਂ ਲੱਗਦਾ, ਬਿਰਤੀ ਨਹੀਂ ਟਿਕਦੀ। ਇਸ ਕਰਕੇ ਭਗਤ ਧੰਨਾ ਜੀ ਨੇ ਸਾਰੀਆਂ ਚੀਜ਼ਾਂ ਮੰਗੀਆਂ ਨੇ ਤੇ ਸਾਨੂੰ ਵੀ ਜਾਚ ਸਿਖਾ ਰਹੇ ਨੇ, ਆਪ ਨਾ ਦੇਵੋ ਤਾਂ ਲੇਵੋ ਮੰਗੇ। ਜੇ ਤੂੰ ਨਹੀਂ ਦਿੰਦਾ ਤੇ ਫਿਰ ਮੰਗ ਕੇ ਲੈ ਲਵਾਂਗੇ, ਮੰਗਾਂਗੇ ਤੇਰੇ ਤੋਂ, ਤੇਰੇ ਦਰ ਤੋਂ ਮੰਗਾਂਗੇ। ਤੂੰ ਹੀ ਕਿਰਪਾ ਕਰਨ ਵਾਲਾ, ਤੂੰ ਹੀ ਰਹਿਮਤ ਕਰਨ ਵਾਲਾ ਹੈ। ਅੱਜ ਦੇ ਲਈ ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ, ਮਾਫੀ ਚਾਹੁੰਦੇ ਆ, ਥੋੜਾ ਜਿਹਾ ਸਮਾਂ ਜ਼ਿਆਦਾ ਹੋ ਗਿਆ। ਗੁਰੂ ਕਿਰਪਾ ਕਰੇ, ਰਹਿਮਤਾ ਕਰੇ, ਸਾਰਿਆਂ ਨੂੰ ਬੈਠਣ ਦਾ ਵੀ ਸਬਰ ਬਖਸ਼ੇ, ਸੁਣ ਦਾ ਵੀ ਸਬਰ ਸੰਤੋਖ ਬਖਸ਼ੇ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਾਹਿਬ ਸਿਓ ਮੇਲ।